श्री वाहिगुरु जी। अच्युत पार ब्रह्म परमेश्वर अंतरजामी, मधुसूदन दामोदर स्वामी, ऋषिकेश गोवर्धन धारी, मुरली मनोहर हर रंगा। अच्युत पार ब्रह्म परमेश्वर अंतरजामी, मधुसूदन दामोदर स्वामी, ऋषिकेश गोवर्धन धारी, मुरली मनोहर हर रंगा। मोहन माधव कृष्ण मुरारे, जगदीश्वर हर जियो असुर संघारे। जगजीवन अविनाशी ठाकुर, घट घट वासी है संगा। मोहन माधव कृष्ण मुरारे, जगदीश्वर हर जियो असुर संघारे। जगजीवन अविनाशी ठाकुर, घट घट वासी है संगा। अच्युत पार ब्रह्म परमेश्वर अंतरजामी, मधुसूदन दामोदर स्वामी, ऋषिकेश गोवर्धन धारी, मुरली मनोहर हर रंगा। वाहिगुरु जी का खालसा, वाहिगुरु जी की फतेह। तन तन गरीब नवाज पंथवाली सतगुरु गोबिंद सिंह साहिब सच्चे पातशाह महाराज जी की महान पवित्र बाणी मुखारबिंद रचना 10वें गुरु ग्रंथ साहिब जी। जिसदे दर्शन कर रहे हैं असीं, पाठ बोध वांग ही संख्या चल रही है। ਆਪਾਂ 280 अंग तक पाठ कर लिया है, जिस विच आपां ने दर्शनदारे कीते हन। अखीरला जो प्रसंग सी, जिस प्रकार काली नाग नूं कृष्ण जी ने नथना कीता ते वाहिगुरु भला करे। उपरंत काली नाग नूं नथ के मार के संघार के जो एक टोबे विच रह रहा सी, उत्थों उहनूं कृष्ण जी ने पासे भेज दिता। बड़ा भयानक सी नाग। कृष्ण जी की बचत होने करके परिवार ने अथवा उस सारी नगरी ने ही बहुत खुशी मनाई, बहुत भारी दान किया। हुण जो दान किया उहदे बारे प्रसंग आ रहा है। अथ दान दीबो। ये 281 अंग तो पाठ आरंभ होवेगा। आओ नाल नाल जी बेनती लोड़ मुताबिक की जाएगी। कुछ दिन होए पाठ भी नहीं होया आपां तो। अज धन गुरु हरराज साहिब सच्चे पातशाह महाराज का पावन पवित्र अवतार दिहाड़ा भी है। सतगुरु हरराज साहिब सच्चे पातशाह महाराज 7वें पातशाह के पावन पवित्र अवतार दिहाड़े दीआं संगतां नूं बेअंत बेअंत वधाइयां होण। धन गुरु हरराज साहिब सच्चे पातशाह महाराज साडे ते महान कृपालता करन। सिक्खी नाम की दात सबनूं प्राप्त होवे। सो 7वें पातशाह दे अवतार दिहाड़े दीआं संगतां नूं बेअंत बेअंत वधाइयां।
ਸਤਿਗੁਰੂ ਕਿਰਪਾਲਤਾ ਕਰਨ ਜੀ। ਆਓ ਆਪਾਂ ਹੁਣ ਪਾਠ ਆਰੰਭ ਕਰੀਏ। 281 ਅੰਗ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰੇ ਇੱਥੋਂ ਪਾਠ ਕੱਢ ਲਈਏ ਜੀ। ਪਾਠ ਆਰੰਭ ਕੀਤਾ ਜਾਵੇ। 219 ਛੰਦ ਤੱਕ ਪਾਠ ਹੋ ਗਿਆ ਸੀ। 220ਵਾਂ ਜੋ ਅੱਗੇ ਛੰਦ ਆਰੰਭ ਹੋਣਾ, ਅਥਦਾਨ ਦੀ ਬੋ ਸਵਈਆ। ਹਾਂਜੀ ਚਲੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਥ ਦਾਨ ਦੀਪੋ ਸਵਈਆ। ਨਾਗ ਬਿਦਾ ਕਰ ਕੈ ਗਰੜ ਧਵਜ, ਆਏ ਮਿਲਿਓ ਆਪਣੇ ਪਰਵਾਰੈ। ਧਾਏ ਮਿਲਿਓ ਗਰੇ ਤਾਹੇ ਹਲੀ, ਅਰ ਮਾਤ ਮਿਲੀ ਤਿਹ ਦੁਖ ਨਿਵਾਰੈ। ਸ੍ਰਿੰਗ ਧਰੇ ਹਰ ਧੇਨ ਹਜ਼ਾਰ, ਤਬੈ ਤਿਹ ਕੇ ਸਿਰ ਉਪਰ ਵਾਰੈ। ਸਿਆਮ ਕਹੈ ਮਨ ਮੋਹ ਬਢਾਏ, ਬਹੁ ਪੁੰਨ ਕੈ ਬਾਮਨ ਕੋ ਦੈ ਡਾਰੈ। ਹਾਂਜੀ, ਗਰੜ ਧਵਜ ਸ਼ਬਦ ਆਇਆ ਹੈ। ਨਾਗ ਬਿਦਾ ਕਰਕੇ ਗਰੜ ਧਵਜ, ਆਏ ਮਿਲੋ ਆਪਣੇ ਪਰਿਵਾਰ ਹੈ। ਸੋ ਗਰੜ ਧਵਜ ਦਾ ਭਾਵ ਹੁੰਦਾ ਗਰੜ ਦੇ ਝੰਡੇ ਦੇ ਨਿਸ਼ਾਨ ਵਾਲਾ ਵਿਸ਼ਨੂੰ ਜਾਂ ਕ੍ਰਿਸ਼ਨ ਜੀ। ਗਰੜ ਧਵਜ ਦਾ ਅਰਥ ਵਿਸ਼ਨੂੰ ਜੀ ਦਾ ਹੀ। ਅੱਗੇ ਫਿਰ ਤੀਸਰੀ ਪੰਕਤੀ ਚੋਂ ਸ੍ਰਿੰਗ ਧਰੇ ਹਰ ਧੇਨ ਹਜ਼ਾਰ। ਪਿੱਛੇ ਬੇਨਤੀ ਕੀਤੀ ਹੈ ਵੀ ਜਦੋਂ ਕ੍ਰਿਸ਼ਨ ਜੀ ਨੇ ਕਾਲੀ ਨਾਗ ਨੂੰ ਮਾਰਿਆ, ਬਹੁਤ ਪੁੰਨਦਾਨ ਕੀਤਾ ਗਿਆ ਨਾ, ਇਹ ਸ੍ਰਿੰਗ ਧਰੇ ਹਰ ਧੇਨ ਹਜ਼ਾਰ। ਸ੍ਰਿੰਗ ਧਰੇ ਤੋਂ ਭਾਵ ਸਿੰਘਾਂ ਦੇ ਸੋਨੇ ਦੇ ਖੋਲ ਚੜੇ ਹੋਏ ਗਊਆਂ ਦੇ, ਉਹ 1000 ਗਊਆਂ ਉੱਥੇ ਦਾਨ ਕੀਤੀਆਂ ਗਈਆਂ। ਹਾਂਜੀ, ਬਹੁਤ ਭਾਰੀ ਦਾਨ ਦੀ ਕੋਈ ਪ੍ਰਕਰਨ ਚੱਲ ਰਿਹਾ ਹੈ। ਹਾਂਜੀ। ਲਾਲ ਮਨੀ ਅਰ ਨਾਗ ਵੱਡੇ, ਨਗ ਦੇਤ ਜਵਾਹਰ ਤੀਛਨ ਘੋਰੇ। ਪੋਹਕਰ ਆਓ ਬਿਰਜੇ ਚੁਨ ਕੇ, ਜਰਬਾਫ ਦਿਵਾਵਤ ਹੈ ਦਿਜ ਜੋਰੇ। ਮੋਤਨਹਾਰ ਹੀਰੇ ਅਰ ਮਾਨਕ, ਦੇਵਤ ਹੈ ਭਰ ਪਾਨਨ ਬੋਰੇ। ਕੰਚਨ ਰੋਕਨ ਕੇ ਗਹਿਨੇ ਗੜ, ਦੇਤ ਕਹੈ ਸੋ ਬਚੇ ਸੁਤ ਮੋਰੇ। ਹਾਂ, ਇਹ ਗੜ ਜਿਹੜਾ ਅਰਥੇ ਤੋਂ ਭਾਵ ਘੜ ਕੇ, ਕੰਚਨ ਰੋਕਣ ਕੇ ਗਹਿਣੇ ਗੜ ਆ ਨਾ, ਗੜ ਤੋਂ ਭਾਵ ਘੜਨ ਦਾ ਹੁੰਦਾ। ਗਹਿਣੇ ਘੜ ਕੇ ਬਣਾ ਕੇ ਇਹਨੇ ਦਾਨ ਕਰਨੇ, ਇਹ ਇਹਦਾ ਭਾਵ ਆ। ਕੰਚਨ ਰੋਕਣ ਕੇ ਗਹਿਣੇ ਗੜ, ਦੇਤ ਕਹੈ ਸੋ ਬਚੇ ਸੁਤ ਮੋਰੇ। ਹਾਂਜੀ। ਆਥ ਦਵਾਨਲ ਕਥਨੰ ਸਵਈਆ, ਹੋਏ ਪ੍ਰਸੰਨ ਸਭੈ ਬ੍ਰਿਜ ਕੇ ਜਨ। ਰੈਨ ਪਰੇ ਘਰ ਭੀਤਰ ਸੋਏ, ਆਗ ਲਗੀ ਸੋ ਦਿਸਾ ਬਿਦਿਸਾ ਮਦ। ਜਾਗ ਤਬੈ ਤਿਹ ਤੇ ਡਰ ਰੋਏ। ਰਛ ਕਰੈ ਹਮਰੀ ਹਰ ਜੀ, ਇਹ ਜਿਤ। ਠੀਕ ਹੈ ਜੀ, ਚਲੋ ਰਚ ਕਰੋ। ਰਚ ਕਰੈ ਹਮਰੀ, ਰਛ ਕਰੈ ਹਮਰੀ ਹਰ ਜੀ, ਇਹ ਚਿਤ ਵਿਚਾਰ ਤਹਾਂ ਕਹੋ ਹੋਏ। ਦ੍ਰਿਗ ਬਾਤ ਕਹੀ ਕਰਨਾ ਨਿਦ ਮੀਚ ਲਯੋਏ, ਤਿਨੈ ਸੋ ਤਉ ਦੁਖ ਖੋਏ। ਦ੍ਰਿਗ ਬਾਤ ਕਹੀ ਕਰਨਾ ਨਿਦ ਮੀਚ ਲਾਇਓਏ, ਤਿਨੈ ਸੋ ਤਉ ਦੁਖ ਖੋਏ। ਸੋ ਤਉ ਦੁਖ ਖੋਏ, ਇਸ ਪ੍ਰਕਾਰ ਇਹ ਪਾਠ ਆਏਗਾ। ਜਿਹਦਾ ਭਾਵ ਹੈ ਕਿਰਪਾ ਦੇ ਸਾਗਰ ਕ੍ਰਿਸ਼ਨ ਜੀ ਨੇ ਗੱਲ ਕਹੀ ਕਿ ਨੇਤਰ ਬੰਦ ਕਰ ਲਵੋ। ਜਦੋਂ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਤਾਂ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ। ਸੋ ਤਉ ਦੁਖ ਹੋਏ, ਇਸ ਪ੍ਰਕਾਰ ਪਾਠ ਕਰ। ਕਈ ਵਾਰੀ ਪਾਠ ਲੱਗਾ ਛਾਪੇ 'ਚ, ਮੈਂ ਤਾਂ ਬੇਨਤੀ ਕੀਤੀ, ਉਸ ਲਿਖਿਆ ਸੁਤ ਊ ਦੁਖ ਹੋਏ, ਇਵੇਂ ਵੀ ਹੁੰਦਾ, ਪਰ ਸੋ ਤਉ ਦੁਖ ਹੋਏ ਪਾਠ ਤੇਰੇ ਕੋਲੇ ਕੀ ਹੈ? ਤਉ ਹੀ ਹੈ ਨਾ, ਸ਼ੁੱਧ ਪਾਠ ਆ। ਸੋ ਤਉ ਦੁਖ ਹੋਏ। ਹਾਂਜੀ।
ਦ੍ਰਿਗ ਬਾਤ ਕਹੀ ਕਰੁਣਾ ਨਿਧ ਮੀਚ ਲਇਓਏ ਤਿਨੈ ਸੋ ਤਉ ਦੁਖ ਖੋਏ। ਮੀਚ ਲਏ ਦ੍ਰਿਗ ਜਾਓ। ਇਹ ਮੈਂ ਵਿਸਰਾਮ ਫੇਰ ਦੱਸ ਦਿਆਂ। ਦ੍ਰਿਗ ਬਾਤ ਕਹੀ ਕਰੁਣਾਨਿਧ ਮੀਚ ਲਇਓਏ ਤਿਨੈ, ਤਿੰਨ ਦੇ ਵਿਸਰਾਮ ਸੋ ਤਉ ਦੁਖ ਹੋਏ। ਜਿਸ ਦਾ ਭਾਵ ਆ ਕਰੁਣਾਨਿਧ ਤੋਂ ਭਾਵ ਆ ਕ੍ਰਿਸ਼ਨ ਜੀ ਨੇ ਕਿਰਪਾ ਦੇ ਸਾਗਰ ਨੇ ਗੱਲ ਕਹੀ। ਦ੍ਰਿਗ ਬਾਤ ਕਹੀ ਕਰੁਣਾਨਿਧ ਮੀਚ ਲਇਓ ਤਿਨੈ। ਉਹਨਾਂ ਨੇ ਕਿਹਾ ਵੀ ਅੱਖਾਂ ਬੰਦ ਕਰ ਲਓ, ਤਾਂ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। ਸੋ ਤਉ ਦੁੱਖ ਹੋਏ, ਤਾਂ ਉਹਨੇ ਸਾਰੇ ਦੁੱਖ ਦੂਰ ਹੋ ਗਏ। ਇਸ ਪ੍ਰਕਾਰ ਦ੍ਰਿਗ ਬਾਤ ਕਹੀ ਕਰੁਣਾ ਨਿਧ ਮੀਚ ਲਇਓਏ ਤਿਨੈ ਸੋ ਤਉ ਦੁਖ ਖੋਏ। ਮੀਚ ਲਏ ਦ੍ਰਿਗ ਜਾਓ ਸਭ ਹੀ ਨਰ ਪਾਨ ਕਰਿਓ ਹਰ ਜੀ ਹਰ ਦਾਂਤੋ। ਦੋਖ ਮਿਟਾਏ ਦਇਓ ਪੁਰ ਕੋ ਸਭ ਹੀ ਜਨ ਕੇ ਮਨ ਕੋ ਹਨ ਦਇਓ ਭਉ। ਚਿੰਤ ਕਛੂ ਨਹ ਹੈ ਤਿਹ ਕੋ ਜਿਨ ਕੋ ਕਰੁਣਾ ਨਿਧ ਦੂਰ ਕਰੈ ਖਾਓ। ਦੂਰ ਕਰੀ ਤਪਤਾ ਤਿਹ ਕੀ ਜਨ ਡਾਰ ਦਇਓ ਜਲ ਕਉ ਛਲ ਕੈ ਰਉ। ਇਹ 'ਚ ਪਾਠ ਹੋਣਾ ਹੈ ਹਰ ਦੰਤੋ ਦਇਓ ਭਉ ਦੂਰ ਕਰੈ ਖਾਓ। ਤੇ ਆਇਆ ਅਖੀਰਲੀ ਪੰਕਤੀ ਹੈ ਜਲ ਕੈਰੋਂ ਡਾਲ ਦਿਓ ਜਲ ਜਲ ਕੋ ਛਲ ਕੈਰੋਂ। ਕੈਰੋਂ ਪੜ੍ਹਨ ਤੋਂ ਭਾਵ ਕੈਰੋਂ ਪਾਠ ਕਰਦਾ ਕਰੋ। ਹਾਂ ਚਲੋ। ਕਬਿਤ ਆਖੈ ਮਿਟਵਾਏ ਮਹਾ ਬਾਪ ਕੋ ਬਢਾਏ ਅਤ ਸੁਖ ਮਨ ਪਾਏ। ਆਗ ਖਾਏ ਗਇਓ ਸਾਵਰਾ ਲੋਕਨ ਕੀ ਰਛਨ ਕੇ ਕਾਜ ਕਰਨਾ ਕੇ ਨਿਦ। ਮਹਾ ਛਲ ਕਰ ਕੈ ਬਚਾਏ ਲਇਓ ਗਾਵਰਾ। ਕਹੈ ਕਬ ਸਿਆਮ ਤਿਨ ਕਾਮ ਕਰਿਓ ਦੁਖ ਕਰ। ਤਾਕੋ ਫੁਨ ਫੈਲ ਰਹਿਓ ਦਸੋ ਦਿਸ ਨਾਵਰਾ। ਦਿਸਟ ਬਚਾਏ ਸਾਥ ਦਾਤਨ ਚਬਾਏ। ਸੋ ਤੋ ਗਇਓ ਹੈ ਪਚਾਏ ਜੈਸੇ ਖੇਲੇ ਸਾਂਗ ਬਾਵਰਾ। ਏਤ ਕ੍ਰਿਸ਼ਨ ਅਵਤਾਰੇ ਦਵਾਨਲ ਤੇ ਬਚੈਬੋ ਵਰਨਨੰ। ਆਥ ਗੋਪਨ ਸੋ ਹੋਲੀ ਖੇਲਬੋ। ਸਵਈਆ ਮਾਘ ਬੇਤੀਤ ਭਏ ਰੁਤ ਫਾਗੁਨ ਆਏ ਗਈ। ਸਭ ਖੇਲਤ ਹੋਰੀ ਗਾਵਤ ਗੀਤ ਬਜਾਵਤ ਤਾਲ। ਕਹੈ ਮੁਖ ਤੇ ਭਰੂਆ ਮਿਲ ਜੋਰੀ। ਡਾਰਤ ਹੈ ਅਲਤਾ ਬਨਤਾ ਛਟਕਾ ਸੰਗ ਮਾਰਤ ਬੈਸਨ ਥੋਰੀ। ਖੇਲਤ ਸਿਆਮ ਧਮਾਰ ਅਨੂਪ ਮਹਾ ਮਿਲ ਸੁੰਦਰ ਸਾਂਵਲ ਗੋਰੀ। ਹਾਂਜੀ ਪਾਠ ਆਪਾਂ ਨੇ ਸਰਵਣ ਕੀਤਾ। ਕੁਛ ਕੁ ਬੇਨਤੀ ਪਹਿਲੀ ਪੰਕਤੀ ਵਿੱਚ ਜੋ ਹੋਇਆ ਉਸ ਪਰ ਮਾਘ ਬਤੀਤ ਭਏ ਇੱਥੇ ਜਮਕ ਲਾ ਕੇ ਰੁੱਤ ਫਾਗੁਨ ਆਏ ਗਈ। ਇੱਥੇ ਵਿਸਰਾਮ ਲਗੇ ਆਏ ਗਈ ਤੇ ਫਿਰ ਨੋਟ ਕਰ ਲਈਏ ਮਾਘ ਬਤੀਤ ਭਏ। ਮਾਘ ਦਾ ਮਹੀਨਾ ਬਤੀਤ ਹੋ ਗਿਆ। ਰੁੱਤ ਫਾਗੁਨ ਆਏ ਗਈ ਇੱਥੇ ਵਿਸਰਾਮ। ਸਭ ਖੇਲਤ ਹੋ ਰਹੀ। ਤੇ ਅੱਗੇ ਹੈ ਤੀਸਰੀ ਪੰਕਤੀ ਵਿੱਚ ਡਾਰਤ ਹੈ ਅਲਤਾ ਬਣਤਾ ਛਟਕਾ। ਡਾਰਤ ਹੈ ਅਲਤਾ ਬਣਤਾ ਛਟਕਾ ਸੰਗ ਮਾਰਤ ਬੈਸਨ ਥੋਰੀ। ਇਹ ਡਬਲ ਪਾਠ ਆ ਨੋਟ ਕਰ ਲਿਆ ਜਾਵੇ। ਬੈਸਨ ਥੋਰੀ ਪਹਿਲਾ ਭਾਵ ਹੈ ਬੈਸਨ ਥੋਰੀ ਤੋਂ ਹੈ ਵੀ ਛੋਟੀ ਉਮਰ ਦੇ ਬੱਚੇ ਹਨ। ਤੇ ਇਹ ਵੀ ਲਾਇਆ ਜਾ ਸਕਦਾ ਹੈ ਵੀ ਹੋਲੀ ਤਾਂ ਬਹੁਤ ਸਾਰੇ ਖੇਡਦੇ ਨਿਆਣੇ ਨਹੀਂ ਸਿਆਣੇ ਵਿੱਚ ਖੇਡਦੇ ਨੇ। ਬੈਸ ਨਾ ਥੋਰੀ ਥੋੜੀ ਉਮਰ ਦੇ ਵੀ ਨਹੀਂ ਸਨ ਸਿਆਣੇ ਵੀ ਸਨ ਖੇਡਦੇ। ਇਸ ਕਰਕੇ ਪਾਠ ਦੋ ਵਾਰ ਪਹਿਲਾ ਪਾਠ ਬੈਸ ਨੂੰ ਥੋੜੀ ਹੀ ਕਰਾਂਗੇ। ਹਾਂਜੀ ਚਲੋ ਜੀ। ਅੰਤ ਬਸੰਤ ਭਏ ਰੁੱਤ ਗ੍ਰੀਖਮ ਆਏ ਗਈ। ਹਰ ਖੇਲ ਮਚਾਇਓ। ਹਾਂ ਇਸੇ ਪ੍ਰਕਾਰ ਹੀ ਇਹਦਾ ਵਿਸਰਾਮ ਆ ਬੜਾ ਕਮਾਲ ਦਾ। ਅੰਤ ਬਸੰਤ ਭਏ ਇਥੇ ਜਮਕੀ ਲਾ ਕੇ ਰੁੱਤ ਗ੍ਰੀਖਮ ਆਏ ਗਈ।
ਇੱਥੇ ਵਿਸਰਾਮ, ਹਰ ਖੇਲ ਮਚਾਇਓ, ਇਹ ਵੀ ਸਮਝ ਲੈਣਾ ਜੀ, ਜਮਕੀ ਦੇ ਵਿਸਰਾਮ। ਹਾਂਜੀ। ਅੰਤ ਬਸੰਤ ਭਏ ਰੁੱਤ ਗ੍ਰੀਖਮ ਆਏ ਗਈ, ਹਰ ਖੇਲ ਮਚਾਇਓ ਆਵਹੁ ਮਿਕ ਦੁਹੂੰ ਦਿਸ ਤੇ ਤੁਮ, ਕਾਨ ਭਏ ਧਨ ਠੀ ਸੁਖ ਪਾਇਓ। ਦੈਤ ਪ੍ਰਲੰਭ ਵਡੋ ਕਪਟੀ, ਤਬ ਬਾਲਕ ਰੂਪ ਧਰਿਓ ਨਾ ਜਨਾਇਓ। ਕੰਧ ਚੜਾਏ ਹਲੀ ਕੋ ਉਡਿਓ, ਤਿਨ ਮੂਕਨ ਸੋ ਧਰ ਮਾਰ ਗਿਰਾਇਓ। ਕੇਸਵ ਰਾਮ ਭਏ ਧਨ ਠੀ ਮਿਕ, ਬਾਲਕਏ ਤਬ ਹੀ ਸਭ ਪਿਆਰੇ। ਦੈਤ ਮਿਕਿਓ ਸੁਤ ਨੰਦਹ ਕੇ ਸੰਗ, ਖੇਲ ਜਿਤਿਓ ਮੁਸਲੀ ਹਰ ਹਾਰੇ। ਆਵ ਚੜੋ ਨਾ ਚੜਿਓ ਸੋ ਕਹਿਓ ਇਨ ਪੈ, ਤਿਹ ਤੇ ਬਪ ਕੋ ਪਗ ਧਾਰੇ। ਮਾਰ ਗਿਰਾਏ ਦਇਓ ਧਰਨੀ ਪਰ, ਵੀਰ ਵਡੋ ਉਨ ਮੂਕਨ ਮਾਰੇ। ਏਤ ਸ੍ਰੀ ਬਚਿੱਤਰ ਨਾਟਕੇ, ਕ੍ਰਿਸ਼ਨਾ ਅਵਤਾਰੇ ਪ੍ਰਲੰਭ ਦੈਤ ਬਧੈ। ਆਥ ਲੋਕ ਮੀਚਨ ਖੇਲ ਕਥਨੰ ਸਵਈਆ, ਮਾਰ ਪ੍ਰਲੰਭ ਲਇਓ ਮੁਸਲੀ ਜਬ। ਯਾਦ ਕਰੀ ਹਰ ਜੀ ਤਬ ਗਾਈ, ਜੂਮਨ ਲਾਗ ਤਬੈ ਬਛੁਰਾ ਮੁਖ। ਧੇਨ ਵਹੈ ਉਨਕੀ ਅਰਮਾਈ, ਹੋਏ ਪ੍ਰਸੰਨੈ ਤਬੈ ਕਰੁਣਾ ਨਿਧ। ਤਉ ਲੁਕ ਮੀਚਨ ਖੇਲ ਮਚਾਈ, ਤਾਂ ਸ਼ਬ ਕੀ ਅਤ ਹੀ ਉਪਮਾ। ਕਬ ਕੇ ਮਨ ਮੈਂ ਬਹੁ ਭਾਂਤਨ ਭਾਈ। ਹਾਂਜੀ, ਇਹ ਧਿਆਨ ਰੱਖਣਾ, ਜਿਹੜੀ ਪਹਿਲੀ ਪੰਕਤੀ ਹੈ ਉਹ ਜੋ ਤੁਕਾਂਤ ਹੈ ਉਹਦੇ ਧਿਆਨ ਦੇਣਾ। ਮਾਰ ਪ੍ਰਲੰਭ ਲਇਓ ਮੁਸਲੀ ਜਬ, ਯਾਦ ਕਰੀ ਹਰ ਜੀ ਤਬ ਗਾਈ। ਇਹ ਗਾਈ ਉੱਤੇ ਬਿੰਦੀ ਮੇਰੇ ਕੋਲ ਤਾਂ ਲੱਗੀ ਹੈ। ਹਾਂਜੀ, ਇਸ ਪ੍ਰਕਾਰ ਦਾ ਪਾਠ ਕਰਨਾ। ਗਾਈ ਤੋਂ ਭਾਵ ਗਾਂ, ਤੇ ਆਪਾਂ ਹੋਰ ਵੀ ਚੰਗੀ ਤਰ੍ਹਾਂ ਦਰਸ਼ਨ ਕਰ ਲੈਂਦੇ ਹਾਂ। ਹਾਂ, ਆਪਣੀਆਂ ਗਊਆਂ ਨੂੰ ਗਾਈ ਤੋਂ ਭਾਵ ਇਹ ਨਾਸਕੀ ਪਾਠ ਕਰਨਾ। ਯਾਦ ਕਰੀ ਹਰ ਜੀ ਤਬ ਗਾਈ, ਤੇ ਅਗਲੀਆਂ ਜਿਹੜੀਆਂ ਅਗਲੇ ਤੁਕਾਂਤ ਆ ਉਹ ਵੱਖਰੇ ਆ। ਉਨ ਕੀ ਅਰਮਾਈ, ਲੁਕ ਮੀਚਨ ਖੇਲ ਮਚਾਈ, ਬਹੁ ਭਾਂਤਨ ਭਾਈ, ਉਹ ਜਿਹੜੇ ਬਿੰਦੀ ਤੋਂ ਰਹਿਤ ਕਰਨੇ ਆ। ਤੇ ਉੱਪਰਲਾ ਜਿਹੜੀ ਪੰਕਤੀ ਪਹਿਲੀ ਉਹਦਾ ਗਾਈ ਪਾਠ ਕਰਨਾ, ਇਸ ਪ੍ਰਕਾਰ ਧਿਆਨ। ਹਾਂਜੀ, ਚਲੋ। ਕਬਿਤ ਬੈਠ ਕਰ ਗਵਾਰ ਆਂਖੈ ਮੀਚਾ ਏਕ ਗਵਾਰ ਹੂੰ ਕੀ। ਸ਼ੋਰ ਦੇਤ ਤਾਕੋ ਸੋ ਤੋ ਔਰੋ ਗਹਿ ਧਾਏ ਕੈ। ਆਂਖੈ ਮੂੰਦਤ ਹੈ ਤਬ ਉਹੀ ਗੋਪ ਹੂੰ ਕੀ ਫੇਰ। ਜਾਤੇ ਤਨ ਕਉ ਜੋ ਛੁਐ ਕਰ ਸਾਥ ਜਾਏ ਕੈ। ਤਹ ਤੋ ਸ਼ਾਲ ਬਾਲ ਕੈ ਪਲਾਵੈ ਹਾਥ ਆਵੈ ਨਹੀਂ। ਤਉ ਮਿਟਾਵੈ ਆਂਖੈ ਆਪ ਹੀ ਤੇ ਸੋ ਤੋ ਆਏ ਕੈ। ਕਹੈ ਕਬ ਸਿਆਮ ਤਾਕੀ ਮਹਿਮਾਨਾ ਲਖੀ ਜਾਏ। ਐਸੀ ਭਾਂਤ ਖਿਲੈ ਕਾਨ ਮਹਾ ਸੁਖ ਪਾਏ ਕੈ। ਸਵਈਆ ਅੰਤ ਭਏ ਰੁਤ ਗ੍ਰੀਖਮ ਕੀ। ਰੁਤ ਪਾਵਸ ਆਏ ਗਈ ਸੁਖਦਾਈ। ਕਾਨ ਫਿਰੈ ਬਨ ਬੀਥਨ ਮੈਂ। ਸੰਗ ਲੈ ਬਸ਼ਰੇ ਤਿਨ ਕੀ ਅਰਮਾਈ। ਬੈਠ ਤਬੈ ਫਿਰ ਮਧ ਗੁਫਾ ਗਿਰ। ਗਾਵਤ ਗੀਤ ਸਭੈ ਮਨ ਭਾਈ। ਤਾਂ ਸ਼ਬ ਕੀ ਅਤ ਹੀ ਉਪਮਾ। ਕਬ ਨੇ ਮੁਖ ਤੇ ਇਮ ਭਾਖ ਸੁਨਾਈ। ਸੂਰਠ ਸਾਰੰਗ ਔ ਗੂਜਰੀ। ਲਲਤਾ ਅਰ ਭੈਰਵ ਦੀਪਕ ਗਾਵੈ। ਟੋਡੀ ਔ ਮੇਘ ਮਲਾਰ ਅਲਾਪਤ। ਗੌਂਡ ਔ ਸੁਧ ਮਲਾਰ ਸੁਨਾਵੈ। ਜੈਤ ਸ੍ਰੀ ਅਰਮਾਲ ਸ੍ਰੀ ਔ ਪਰਜ। ਸੋ ਰਾਗ ਸ੍ਰੀ ਠਟ ਪਾਵੈ। ਸਿਆਮ ਕਹੈ ਹਰ ਜੀ ਰਿਜ ਕੈ। ਮੁਰਲੀ ਸੰਗ ਕੋਟਕ ਰਾਗ ਬਜਾਵੈ। ਇੱਕ ਧਿਆਨ ਰੱਖਣਾ, ਜੈਤ ਸ੍ਰੀ ਅਰਮਾਲ ਸ੍ਰੀ ਔ ਪਰਜ। ਸੋ ਰਾਗ ਸ੍ਰੀ ਠਟ ਪਾਵੈ। ਸ੍ਰੀ ਰਾਗ ਤੋਂ ਪਾਵਾ, ਰਾਗ ਸ੍ਰੀ ਠਟ ਪਾਵੈ। ਇਹ ਇਕੱਠਾ ਹੀ ਪਾਠ ਆ, ਰਾਗ ਸ੍ਰੀ ਠਟ ਪਾਵੈ। ਹਾਂ, ਚਲੋ। ਕਬਿਤ
लालत तनासरी बजावे संग बांसुरी, केदारा और मालवा बिहागड़ा और गुजरी। मारू और परज और कानड़ा कल्याण शोभ, कुकब बिलावल सुनाए ते आवे मुजरी। भैरव पलासी भीम दीपक सो गौरी नट, ठांडो द्रोम छाए मैं सो गावे कान पूजरी। तांते गृह त्याग ताकि सोन तोन श्रोनन मैं, मृग नैनी फेरत सो बान बान उजरी। सवैया सीत भई रुत कातक की, मुन देव चढ़्यो जल हवै गयो थोरो। कान कनीरे के फूल तरे, अर गावत बेन बजावत पोरो। श्याम के दो उपमा तिह की, मन मद विचार कुबित सो जोरो। मैन उठ्यो जग कै तिन कै तान, लेत है पेच मनो एह तोरो। हाँ जी, इत्थे कुछ बेनती है जरूरी। पहली पंक्ति, सीध भई रुत कातक की, मुन देव चढ़ो जल हवाए गयो थोरो। मुन देव तो भाव किसी मुनि देव तो नहीं है, किसी मुनि या ऋषि की बात नहीं। इत्थे मुन देव तो भावा ये मुन देव नाम का एक तारा हुंदा, इनू अगस्त तारा भी कहते हैं। ਜਦੋਂ ਭਾਦੋਂ ਦੀ ਸਿੰਘ ਰਾਸ਼ੀ ਦੇ ਸੂਰਜ 17 ਅੰਸ਼ ਉੱਤੇ ਚੜ੍ਹਦਾ ਹੈ ਨਾ, ਉਦੋਂ ਇਹ ਤਾਰਾ ਫਿਰ ਉਦੇ ਹੁੰਦਾ। ਇਹ ਕਈ ਵਾਰੀ ਬੋਦੀ ਵਾਲਾ ਵੀ ਤਾਰਾ ਕਹਿੰਦੇ ਸਾਡੇ ਇੱਧਰ ਇਲਾਕੇ 'ਚ। ਤੇ ਅਗਲੀ ਕਾਨ ਕਨੀਰੇ ਕੇ ਫੂਲ ਧਰੇ। ਕਨੀਰਾ ਇੱਕ ਦਰਖਤ ਦਾ ਨਾਮ ਹੈ, ਕਿੰਨਰੀ ਵੀ ਕਹਿੰਦੇ ਇਹਨੂੰ। ਇਹ ਬਿਰਛਾ ਜਿਸ ਦਾ ਨਾਮ ਆਮ ਤੌਰ ਪਰ ਗੁੱਲੂ ਵੀ ਕਹਿੰਦੇ ਨੇ, ਗੁੱਲੂ ਦਾ ਦਰਖਤ। ਤੇ ਇਹਨੂੰ ਕਤੀਰਾ ਗੂੰਦ ਜਿਹੜੀ ਲੱਗਦੀ ਹੈ, ਇਸੇ ਗੁੱਲੂ ਨਾਲ ਕਿੰਨਰੀ ਨੂੰ ਕਨੀਰੇ ਨੂੰ ਲੱਗਦੀ ਹੈ। ਉਹ ਦਰਖਤ ਦਾ ਨਾਮ ਹੈ ਕਾਨ ਕਨੀਰੇ। ਕਾਨ ਇੱਥੇ ਜਰਾ ਰੋਕ ਕੇ, ਕਾਨ ਕਨੀਰੇ ਕੇ ਫੂਲ ਤਰੇ। ਕਾਨ ਕਨੀਰੇ ਇਕੱਠਾ ਨਹੀਂ ਪਾਠ ਕਰਨਾ। ਕਾਨ ਪਾ ਕ੍ਰਿਸ਼ਨ ਜੀ ਨੇ ਕਨੀਰੇ ਦੇ ਫੁੱਲ ਤੋੜ ਕੇ ਨਾ ਆਪਣੇ ਦਸਤਾਰ ਤੇ ਰੱਖੇ। कान कनीरे के फूल तरे, अर गावत बेन बजावत पोर। इस प्रकार समझ लेना जी। हाँ जी। कान कनीरे के फूल तरे, अर गावत बेन बजावत पोरो। श्याम के दो उपमा तिह की, मन मद विचार कबित सो जोरो। मैन उठ्यो जग कै तिन कै तान, लेत है पेच मनो एह तोरो। गोपी बाच सवैया बोलत है मुख ते सब ग्वारन। पुन करयो इनहूँ आत्माई, जगै करै के करयो तप तीरथ। गंधर्व ते इन कैसे छपाई, कै के पढ़ी सित बान्हो ते। के किदो चतुरानन आप बनाई। श्याम कहे उपमा तिह की, एह ते हर ओठन साथ लगाई। सोत नंद बजावत है मुरली, उपमा तिह की कब श्याम गनो। तिह की धुन को सुन मोहे रहे, मुन रीजत है सो जनो रोकनो। तन काम भरी गुपिया सब ही, मुख ते एह भांतन जवाब पनो। मुख कान गुलाब को फूल पयो, एह नाल गुलाब चुआत मनो। मोहे रहे सुन कै धुन औ मृग, मोहे पसार गे खग पै पखा। नीर बहेओ जमुना उलटो, पिख कै तिह को नर खोल रे चखा। श्याम कहे तिनको सुन कै, बसुरा मुख सो काश ना चुगै कखा। छोड़ चली पत्नी अपने पत, तार कहवै जिम डारत लखा। कोकिल कीर कुरंगन के हर, मैन रहयो हवै कै मतवारो। रीज रहे सब ही पुर के जान, आनन पै एहते ससहारो।
ਆਓ ਇਹ ਕੀ ਮੁਰਲੀ ਸੋ ਬਜੈ ਤਿਹ ਉਪਰ ਰਾਗ ਸਭੈ ਫੁਨ ਵਾਰੋ ਨਾਰਦ ਜਾਤ ਥਕੈ ਇਹ ਤੇ ਬਾਂਸਰੀ ਜੋ ਬਜਾਵਤ ਕਾ ਨਰਕਾਰੋ ਲੋਚਨ ਹੈ ਮ੍ਰਿਗ ਕੇ ਕਟ ਕੇ ਹਰ ਨਾਕ ਕੇ ਦੋ ਸੁਖ ਸੋ ਤਿਹ ਕੋ ਹੈ ਗਰੀਬ ਕਪੋਤ ਸੀ ਹੈ ਤਿਹ ਕੀ ਅਧਰਾ ਪੀ ਸੇ ਹਰ ਮੂਰਤ ਜੋ ਹੈ ਕੋ ਕੇ ਲੈ ਆਓ ਪਿਕ ਸੇ ਬਚਨਾ ਅੰਮ੍ਰਿਤ श्याम ਕਹੈ ਕਬ ਸੁੰਦਰ ਸੋ ਹੈ ਪੈ ਇਹ ਤੇ ਲਾਜ ਕੈ ਅਬ ਬੋਲਤ ਮੂਰਤ ਲੈ ਨ ਕਰੇ ਖਗ ਰੋਹੈ फूल गुलाब ना लेत है ताब सहाब को आब हवाए देख किसानो पै कमला दल नरगस को गोल लज्जत है फुन देखत तानो श्याम के दो अपने मन में बरता गन कै कबता एह ठानो देखन को इनके साम पूर्व पश्चिम डोलै लहे नह आनो सवैया मंगल मैं सब ही गुपिया मिल पूजित चंड पते हर काजै प्रात समय जमना मद नावत देखत नय जल जंग मुख लाजै गावत गीत बिलावल मैं जुर बाहन श्याम कथा एह साजै अंग अनंग बढ़ियो तिनके पिख कै जिह लाज को भांजन भाजै गावत गीत बिलावल मैं सब ही मिल गोपन उज्जल कारी कानर को भरता कर बे कहो बांछत है पतली अर भारी श्याम कहे तिनके मुख कौ पिख जोत कला सस की फुन हारी नावत है जमुना जल में जन फूल रही गृह में फुलवारी ये रास लीला ਤਕਰੀਬਨ ਆਰੰਭ ਹੋ ਚੁੱਕੀ ਹੈ। ਇਹ ਜਿਹੜੇ ਪ੍ਰਸੰਗ ਆ ਪ੍ਰਕਰਨ ਬੜੀ ਵਿਵੇਕ ਬੁੱਧੀ ਨਾਲ ਪੜ੍ਹਨ ਵਾਲੇ ਹਨ, ਬੜੇ ਪ੍ਰੇਮ ਦੇ ਵਿੱਚ ਲੀਨ ਹੋ ਕੇ ਪੜ੍ਹਨ ਵਾਲੇ ਇਹ ਪ੍ਰਸੰਗ ਹਨ। ਸੋ ਆਓ ਨਾਲ ਨਾਲ ਬੇਨਤੀ ਕਰਦੇ ਰਹਾਂਗੇ। ਹਾਂਜੀ ਚਲੋ ਅੱਗੇ। ਸਵਈਆ ਨਾਵਤ ਹੈ ਗੁਪੀਆ ਜਲ ਮੈਂ ਤਿਨਕੇ ਮਨ ਮੈਂ ਫੁਨ ਹੌਲ ਨਾ ਕੋ ਗੁਣ ਗਾਵਤ ਹੌਲ ਡਰ हौल ना को नावत है गुपिया जल में तिनके मन में फुन हौल ना को गुण गावत ताल बजावत है तिह जाए किदाओ एक ठौलन को मुख ते उचराए एह भांत सबै इतनो सुख ना हर धौलन को कब श्याम विराजित है अतहि के बन्यो सर सुंदर कौलन को गोपी बाच देवी जू सो सवैया लै अपने कर जो मिटिया तिह थाप कहै मुख ते जो भवानी पाए पर तिह के हित सो कर कोट प्रणाम कहै एह बानी ठीक है। पूजत है एह ते हम तो तुम देहो वह जी मैं हम ठानी हवाए हमरो भरता हर जी मुख सुंदर है जिह को सासो सानी। ਇਹ ਪਾਠ ਪੰਕਤੀ ਵਿੱਚ ਤੁਕਾਂਤ ਜਿਹੜੇ ਧਿਆਨ ਦੇਣ ਵਾਲੇ ਨੇ, ਜੋ ਪਹਿਲੀ ਪੰਕਤੀ ਵਿੱਚ ਹੈ ਲੈ ਆਪਣੇ ਕਰ ਜੋ ਮਿਟਿਆ ਤੇ ਥਾਪ ਥਾਪੈ ਮੁਖ ਤੇ ਜੋ ਭਵਾਨੀ ਭਵਾਨੀ। ਅਗਲੀ ਪੰਕਤੀ ਵਿੱਚ ਉਹ ਪੋਲਾ ਬੋਲਣਾ ਬਾਣੀ ਕਰ ਕੋਟ ਪ੍ਰਣਾਮ ਕਰੈ ਕਹੈ ਇਹ ਬਾਣੀ ਬਾਣੀ ਪੋਲਾ ਬੋਲਣਾ। ਤੇ ਅਗਲੀ ਪੰਕਤੀ ਜਾ जी मैं हम ठानी वो भी कस के सास सानी ये भी कस के। सो बानी पोला बाकी तिन्ने जिहड़े दुकान दा वो कस के बोलना। जिस प्रकार आपने पाठ श्रवण किया शुद्ध। हाँ जी चलो। भाल लगावत केसर अक्षत चंदन लावत है सित कै फुन डारत फूल उड़ावत है मखिया तिह की अत ही हित कै। हाँ ठीक लगे।
ਪੜ੍ਹ ਦੋ ਫਿਰ ਠੀਕ ਲੱਗੇ। ਫੁਨ ਉਹਦੇ ਡਾ ਤੋਂ ਮੱਖੀਆਂ ਪੈਂਦੀਆਂ ਨਾ। ਹੁਣ ਡਾਰਤ ਫੂਲ ਉਡਾਵਤ, ਹੁਣ ਡਾਰਤ ਫੂਲ ਫੁੱਲ ਛੱਡਦੀਆਂ, ਉਡਾਵਤ ਹੈ ਮੱਖੀਆਂ ਤਿਹਕੀ, ਉਹਦੇ 'ਚ ਮੱਖੀਆਂ ਉਹ ਵੀ ਉਡਾ ਦਿੰਦੀਆਂ। ਇਹਨਾਂ ਨੇ ਆਪਣੀ ਥਾਪਨਾ ਥਾਪ ਲਈ ਹੈ ਨਾ, ਕੋਈ ਮਿੱਟੀ ਦਾ ਕੁਛ ਬਣਾ ਲਿਆ ਤੇ ਅੱਗੇ ਦੱਸਣਗੀਆਂ ਵੀ ਅਸੀਂ ਕਿਸ ਨੂੰ ਪੂਜਦੀਆਂ, ਤੇ ਉਹਦੇ ਫਿਰ ਪੂਜਾ ਕਰਦੀਆਂ। ਹੁਣ ਡਾਰਤ ਫੂਲ ਉਹਦੇ ਤੇ ਫੁੱਲ ਸੁੱਟਦੀਆਂ, ਜਿਵੇਂ ਆਰਤੀ ਕਰਕੇ ਸੁੱਟਦੇ ਆ। ਫੁੱਲਾਂ ਦੀ ਵਰਖਾ ਸੁੱਟਣੇ ਨਹੀਂ, ਕਈ ਇਹਦੇ ਵੀ ਫੁੱਲ ਅਰਪਣ ਕਰਨੇ ਹੁੰਦੇ, ਸੁੱਟਣੇ ਹੋਰ ਹੁੰਦੇ, ਅਰਪਣ ਕਰਨੇ ਹੋਰ ਹੁੰਦੇ ਆ। ਤੇ ਕਈ ਵਾਰੀ ਆਪਣੀਆਂ ਫੌਜਾਂ ਜੋ ਆਰਤੀ ਵੇਲੇ ਫੁੱਲ ਮਹਾਰਾਜ ਨੂੰ ਵਰਖਾ ਕਰਦੇ ਫੁੱਲਾਂ ਤੇ, ਉਹੀ ਫੁੱਲ ਕੀ ਐਂ ਜੀ ਐਂ ਨਹੀਂ ਸੁੱਟਣੇ ਚਾਹੀਦੇ, ਐਂ ਉੱਤੇ ਮਾਰ ਦੇਣ, ਸੁੱਟਣੇ ਨਹੀਂ, ਫੁੱਲ ਅਰਪਣ ਕਰਨੇ ਹੁੰਦੇ। ਅਰਪਣ ਥੱਲਿਓਂ ਤਾਂ ਨੂੰ ਐਂ ਕਰਨੇ ਪ੍ਰੇਮ ਭੇਟਾਂ ਨਾਲ, ਤੇ ਸੁੱਟ ਜਾ ਜਿਵੇਂ ਅਸੀਂ ਰੋੜਾ ਮਾਰਦੇ ਸਿੱਟਣੇ, ਐਂ ਨਹੀਂ ਸਿੱਟਣੇ ਚਾਹੀਦੀ। ਇਹ ਵੀ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ। ਹੁਣ ਡਾਰਤ ਫੂਲ ਡਾਲਣੇ ਆਏ ਅਰਪਣ ਕਰਦੇ ਨੇ, ਉਡਾਵਤ ਹੈ ਮੱਖੀਆਂ ਤਿਹਕੀ, ਤਿਹਕੀ ਤੇ ਵਿਸਰਾਮ। ਫੁਨ ਡਾਰਤ ਫੂਲ ਉਡਾਵਤ ਹੈ ਮੱਖੀਆਂ ਤਿਹਕੀ, ਅਤ ਹੀ ਹਿਤ ਕੈ। ਬਹੁਤ ਹੀ ਪਿਆਰ ਨਾਲ। ਹਾਂਜੀ। ਪਟ ਧੂਪ ਪੰਚਾਮ੍ਰਿਤ ਦਛਨਾ, ਪਾਨ ਪ੍ਰਦਸ਼ਨਾ ਦੈਤ ਮਹਾ ਚਿਤ ਕੈ। ਬਰਬੇ ਕਹੋ ਕਾਨ ਉਪਾਵ ਕਰੈ, ਮਿਤ ਹੋ ਸੋਊ ਤਾਤ ਕਿਦੋ ਕਿਤ ਕੈ। ਗੋਪੀ ਬਾਚ ਦੇਵੀ ਜੂਸੋ, ਕਬਿਤ ਦੈਂਤਨ ਸੰਘਾਰਨੀ, ਪਤਤ ਲੋਕ ਧਾਰਨੀ, ਸੋ ਸੰਕਟ ਨਿਵਾਰਨੀ, ਕੇ ਐਸੀ ਤੂੰ ਸਕਤ ਹੈ। ਬੇਦਨ ਉਧਾਰਨੀ, ਸੁਰੇਂਦਰ ਰਾਜ ਕਾਰਨੀ, ਪੈ ਗੌਰ ਜਾ ਕੀ ਜਾਗੈ ਜੋਤ, ਔਰ ਜਾਨ ਕਤ ਹੈ। ਧੂ ਮੈਂ ਨਾ ਧਰਾ ਮੈਂ ਨਾ, ਧਿਆਨ ਧਾਰੀ ਮੈਂ ਪੈ ਕਛੂ, ਜੈਸੇ ਤੇਰੇ ਜੋਤ ਬੀਚ ਆਨ ਨਾ ਸਕਤ ਹੈ। ਦਿਨਸ ਦਿਨੇਸ਼ ਮੈਂ ਦੀਵਾਨ ਮੈਂ, ਸੁਰੇਸ਼ ਮੈਂ ਸੁਪਤ ਮੈਂ, ਮਹੇਸ਼ ਜੋਤ ਤੇਰੀ ਐ ਜਗਤ ਹੈ। ਕਬਿਤ ਬੇਨਤੀ ਕਰਤ ਸਭ ਗੋਪੀ ਕਰ ਜੋਰ ਜੋਰ, ਸੁਨ ਲੇਹੋ ਬੇਨਤੀ ਹਮਾਰੀ ਇਹ ਚੰਡਕਾ। ਸੁਰ ਤੈ ਉਬਾਰੈ ਕੋਟ ਪਾਤਤ ਉਧਾਰੇ। ਥੋੜਾ ਜਿਹਾ ਇਹਨੂੰ ਨਾਸਕੀ ਪਰ ਸੁਰ ਤੈਂ ਉਬਾਰੇ, ਤੈਂ ਦੇਵਤਿਆਂ ਨੂੰ ਉਬਾਰਨਾ ਕੀਤਾ, ਤੈਂ ਕਰ ਦਈਏ ਨਾਸਕੀ, ਤੈ ਤਾਂ ਫਿਰ ਸਮਝ ਨਹੀਂ। ਸੁਰ ਤੈਂ ਉਬਾਰੇ ਕੋਟ ਪਤਤ ਉਧਾਰੇ, ਚੰਡ ਮੁੰਡ ਮੁੰਡ ਡਾਰੇ, ਸੁੰਭਣ ਸੁੰਭ ਕੀ ਖੰਡਕਾ। ਹਾਂਜੀ। ਸੁਰ ਤੈਂ ਉਬਾਰੇ ਕੋਟ ਪਤਤ ਉਧਾਰੇ, ਚੰਡ ਮੁੰਡ ਮੁੰਡ ਡਾਰੇ, ਸੁੰਭ ਨਿਸੁੰਭ ਕੀ ਖੰਡਕਾ। ਦੀਜੈ ਮੰਗਿਓ ਦਾਨ ਹਵੈ ਪ੍ਰਤਛ ਕਹੈ ਮੇਰੀ ਮਾਈ, ਪੂਜੈ ਹਮ ਤੁਮੈ ਨਾਹੀ ਪੂਜੇ ਸੁਤ ਗੰਡਕਾ। ਹਵੈ ਕਰ ਪ੍ਰਸੰਨੈ ਤਾਂ ਕੋ ਕਹਿਓ ਸੀਗਰ ਮਾਨ, ਦੀਨੋ ਵਹੈ ਬਰਦਾਨ ਫੁਨ ਰਾਨਨ ਕੀ ਮੰਡਕਾ। ਇੱਥੇ ਜਰਾ ਕੁ ਧਿਆਨ ਦੇਣ ਦੀ ਲੋੜ ਹੈ। ਪਹਿਲਾਂ ਆਪਾਂ ਨੇ ਦਰਸ਼ਨ ਕੀਤੇ, ਪੜ੍ਹਿਆ ਵੀ ਉਹਨਾਂ ਨਦੀ 'ਚ ਇਸ਼ਨਾਨ ਕਰਦੀਆਂ ਕਰਦੀਆਂ ਕੁਛ ਉੱਥੋਂ ਮਿੱਟੀ ਲੈ ਲਈ, ਉਹਦੀ ਫਿਰ ਉਹਨਾਂ ਨੂੰ ਉਹਨੇ ਕੁਛ ਬਣਾ ਲਿਆ। ਉਹ ਮਿੱਟੀ ਲੈ ਕੇ ਉਹਦਾ ਕੁਛ ਜਿਵੇਂ ਪੱਥਰ ਦਾ ਬਣਿਆ ਹੁੰਦਾ, ਉਹ ਇਕੱਠਾ ਜਿਹਾ ਕਰਕੇ ਉਹਨੂੰ ਪੂਜਨ ਨੂੰ ਇੱਕ ਚੀਜ਼ ਬਣਾ ਲਈ। ਪਰ ਅਖੀਰ ਤੇ ਇੱਥੇ ਆ ਸਿੱਟਾ ਹੈ, ਇੱਕ ਉਹ ਪੱਥਰ ਨੂੰ ਇਹ ਬੇਨਤੀ ਵੀ ਪਹਿਲਾਂ ਕੀਤੀ ਆ, ਪਰ ਅਖੀਰ ਤੇ ਇਹ ਕਹਿਤੀ ਆ ਅਸੀਂ ਪੂਜਾ ਕਿਹਦੀ ਕਰਦੇ ਆ। ਅਸੀਂ ਪੂਜਣ ਵਾਸਤੇ ਸਾਹਮਣੇ ਭਾਵੇਂ ਇੱਕ ਪੱਥਰ ਤਾਂ ਉਹਨਾਂ ਦੇ ਸੀ, ਪਰ ਇਹ ਬੇਨਤੀ ਕੀਤੀ ਜਾ ਅਖੀਰਲੀ ਪੰਗਤੀ ਆ ਰਹੀ ਹੈ, ਦੀਜੈ ਮੰਗਿਓ ਦਾਨ ਹੋਵੇ ਪ੍ਰਤਛ ਕਹੈ ਮੇਰੀ ਮਾਈ, ਪੂਜੇ ਹਮ ਤੁਮੈ ਨਾਹੀ ਪੂਜੇ ਸੁਤ ਗੰਡਕਾ। ਹੁਣ ਇੱਥੇ ਇੱਕ ਪਰਮੇਸ਼ਰੀ ਜੋਤ ਦੀ ਗੱਲ ਕਰ ਰਹੀ ਹੈ, ਜੋ ਸ਼ਕਤੀ ਹੈ ਨਾ ਪਰਮੇਸ਼ਰ ਦੀ, ਜਿਹਨੂੰ ਚੰਡਕਾ ਕਰਕੇ ਚੰਡੀ ਕਰਕੇ ਮੰਨਦੀਆਂ। ਅਸੀਂ ਇਹ ਮਾਤਾ ਤੈਨੂੰ ਮੰਨਦੀਆਂ, ਇਹ ਆਹ ਗੰਡਕਾ ਨਦੀ ਦੇ ਪੱਥਰਾਂ ਨੂੰ ਨਹੀਂ ਪੂਜਦੀਆਂ। ਕਿਸ ਲਈ? ਕ੍ਰਿਸ਼ਨ ਜੀ ਦੀ ਪ੍ਰਾਪਤੀ ਵਾਸਤੇ।
ਤੇ ਪੱਥਰ ਪੂਜਦੀ ਇੱਥੇ ਪੂਜਣ ਦੀ ਮਤਲਬ ਖੰਡਨ ਕੀਤਾ ਗਿਆ ਪੂਜਣ ਦਾ। ਅਸੀਂ ਨਦੀ ਦੇ ਪੱਥਰ ਨਹੀਂ ਪੂਜਦੀਆਂ, ਅਸੀਂ ਤੇਰੀ ਜੋਤ ਨੂੰ ਪੂਜਦੀਆਂ। ਪੂਜੇ ਹਮ ਤੁਮੈ ਨਹੀਂ ਪੂਜੇ ਸੁੱਤ ਗੰਡਕਾ। ਗੰਡਕਾ ਨਦੀ ਹੈ, ਉਹਦੇ ਪੱਥਰ ਹੁੰਦੇ ਨੇ, ਉਹ ਆਮ ਲੋਕ ਉਹਨਾਂ ਨੂੰ ਪੂਜਦੇ ਨੇ, ਉਹਨਾਂ ਦੀ ਧਾਰੀ ਬਣੀ ਹੁੰਦੀ ਹੈ। ਤਾਂ ਉਹ ਕਹਿੰਦੀਆਂ ਵੀ ਅਸੀਂ ਤਾਂ ਤੁਹਾਨੂੰ ਪੂਜਦੀਆਂ ਪਰਮੇਸ਼ਰ ਜੀ, ਤੇਰੀ ਜੋਤ ਨੂੰ। ਹੇ ਚੰਡਕਾ, ਤੇਰੀ ਜੋਤ, ਪਰਮੇਸ਼ਰ ਦੀ ਜੋਤ, ਤੈਨੂੰ ਪੂਜਾ ਤੇਰੀ ਕਰਦੀਆਂ, ਸਾਨੂੰ ਦਾਨ ਦੇ ਪ੍ਰਸੰਨ ਹੋ ਕੇ। ਹਾਂਜੀ। ਦੇਵੀ ਜੀ ਬਾਚ ਗੋਪਨ ਸੋ। ਹਾਂਜੀ। ਸਵਈਆ ਇਹਨੂੰ ਕਹਿੰਦੇ ਆ ਆਕਾਸ਼ ਬਾਣੀ ਹੋਈ ਫਿਰਤ। ਸਵਈਆ ਹਵੈ ਭਰਤਾ ਅਬ ਸੋ ਤੁਮਰੋ ਹਰ। ਦਾਨ ਇਹ ਦੁਰਗਾ ਤਿਨ ਦੀਨਾ। ਸੋ ਧੁਨ ਸਰੌਨਨ ਮੈਂ ਸੁਨ ਕੈ। ਤਿਨ ਕੋਟ ਪ੍ਰਣਾਮ ਦਬਾਏ ਉਠ ਕੀਨਾ। ਤਾ ਛਬ ਕੋ ਜਸ ਉੱਚ ਮਹਾ। ਕਬ ਨੇ ਆਪਣੇ ਮਨ ਮੈਂ ਫੁਨ ਚੀਨਾ। ਹੈ ਇਨ ਕੋ ਮਨ ਕਾਨਰ ਮੈਂ ਆਓ। ਜੋ ਪੈ ਰਸ ਕਾਨਰ ਕੇ ਸੰਗ ਪੀਨਾ। ਹੈ ਇਨ ਕੋ ਮਨ ਕਾਨਰ ਮੈਂ ਤੇ ਵਿਸਰਾਮ ਲਾ ਕੇ ਆਓ। ਜੋ ਪੈ ਰਸ ਕਾਨਰ ਕੇ ਸੰਗ ਪੀਨਾ। ਮੈਂ ਤੇ ਵਿਸਰਾਮ ਲਾ ਕੇ ਹੈ ਇਨ ਕੋ ਮਨ ਕਾ ਨਰਮੈ। ਆਓ ਜੋ ਪੈ ਰਸ ਕਾ ਨਰ ਕੇ ਸੰਗ ਪੀਨਾ। ਸਵਈਆ ਪਾਏ ਪਰੀ ਤਿਹ ਕੇ ਤਬ ਹੀ ਸਭ। ਭਾਂਤ ਕਰੀ ਬਹੁ ਤਾਹੇ ਵਡਾਈ। ਹੈ ਜਗ ਕੀ ਕਰਤਾ ਹਰਤਾ ਦੁਖ ਹੈ। ਸਭ ਤੂੰ ਗਨ ਗੰਧਰਵ ਮਾਈ। ਤਾ ਛਬ ਕੀ ਅਤ ਹੀ ਉਪਮਾ। ਕਬ ਨੇ ਮੁਖ ਤੇ ਇਮ ਭਾਖ ਸੁਨਾਈ। ਲਾਲ ਭਈ ਤਬ ਹੀ ਕੁਪੀਆ। ਫੁਨ ਬਾਤ ਜਬੈ ਮਨ ਬਾਛਤ ਪਾਈ। ਲੈ ਬਰਦਾਨ ਸਭੈ ਗੁਪੀਆ। ਅਤ ਆਨੰਦ ਕੈ ਮਨ ਢੇਰ ਨ ਆਈ। ਗਾਵਤ ਗੀਤ ਸਭੇ ਮਿਲ ਕੈ। ਇਕ ਹਵੈ ਕੈ ਪ੍ਰਸੰਨੈ। ਸੋ ਦੇਤ ਵਧਾਈ। ਪਾਂਤਨ ਸਾਥ ਖਰੀ ਤਿਨ ਕੀ ਉਪਮਾ। ਕਬ ਨੇ ਮੁਖ ਤੇ ਇਮ ਗਾਈ। ਮਾਨਹੁ ਪਾਏ ਨਿਸਾ ਪਤ ਕੋ। ਸਰਮਦ ਖਿਰੀ ਕਵੀਆ ਧੁਰ ਤਾਈ। ਸਵਈਆ ਪ੍ਰਾਤ ਭਏ ਜਮਨਾ ਜਲ ਮੈਂ। ਮਿਲ ਧਾਏ ਗਈ ਸਭ ਹੀ ਗੁਪੀਆ। ਮਿਲ ਗਾਵਤ ਗੀਤ ਚੱਲੀ ਤਿਹ ਜਾਉ। ਕਰ ਆਨੰਦ ਭਾਮਨ ਮੈਂ ਕੁਪੀਆ। ਤਬ ਹੀ ਫੁਨ ਕਾਨ ਚੱਲੇ ਤਿਹ ਜਾਉ। ਜਮੁਨਾ ਜਲ ਕੋ ਫੁਨ ਜਾ ਜੁਪੀਆ। ਸੋ ਦੇਖ ਤਬੈ ਭਗਵਾਨ ਕਹੈ। ਨਹਿ ਬੋਲਹੁਰੀ ਕਰ ਹੋ ਚੁਪੀਆ। ਹਾਂਜੀ। ਇਹ ਇੱਥੇ ਪੰਕਤੀ ਤੋਂ ਪਹਿਲਾਂ ਵਾਲੀ ਤਬ ਹੀ ਫੁਨ ਕਾਨ ਚੱਲੇ ਤਿਹ ਜਾ। ਜਮਨਾ ਜਲ ਕੋ ਫੁਨ ਜਾ ਜੁਪੀਆ। ਚੁੱਪ ਜਾਣਾ, ਜਲ ਦੇ ਨਾਲ ਇੱਕ ਮਿਕ ਹੋ ਜਾਣਾ, ਭਾਵ ਜਲ ਦੇ ਵਿੱਚ ਇਸ਼ਨਾਨ ਕਰਨਾ। ਜੁਪੀਆ ਜੱਫੇ ਭਰ ਲੈਣੇ ਜਲ ਦੇ। ਤੇ ਦੂਸਰਾ ਪਾਠ ਹੈ, ਅਸਲੀ ਪਾਠ ਜਿਹੜਾ ਉਹ ਹੈਗਾ ਜਮਨਾ ਜਲ ਕੋ ਫੁਨ ਜਾ ਜੋ ਪੀਆ। ਜਲ ਛਕ ਲਿਆ, ਪੀ ਲਿਆ। ਜਮਨਾ ਜਲ ਕੋ ਫੁਨ ਜਾ ਜੁਪੀਆਂ। ਉਹ ਜਿਹੜੀਆਂ ਗੋਪੀਆਂ ਹਨ ਜਮਨਾ ਦੇ ਜਲ ਵਿੱਚ ਜਾ ਜੁਪੀਆਂ। ਇਹ ਵੀ ਪਾਠ ਆ, ਇਹ ਯਾਦ ਰੱਖਣਾ। ਸੋ ਦੇਖ ਤਬੈ ਭਗਵਾਨ ਕਹੈ। ਨਹਿ ਬੋਲੋ ਰੀ ਕਰ ਹੋ ਚੁਪੀਆ। ਸੋ ਇਹ ਪ੍ਰਕਰਨ ਜਿਹੜਾ ਹੈ ਧਿਆਨ ਦਈਏ। ਇਹਦਾ ਇੱਕ ਇੱਕ ਸ਼ਬਦ ਤੇ ਇੱਕ ਇੱਕ ਫਿਕਰੇ ਨੂੰ ਗੌਰ ਨਾਲ ਵਾਚਣ ਦੀ ਲੋੜ ਹੈ। ਦੇਖੋ ਕਿ ਗੋਪੀਆਂ ਕ੍ਰਿਸ਼ਨ ਨੂੰ ਮਨੁੱਖ ਕਰਕੇ ਜਾਣਦੀਆਂ ਜਾਂ ਭੌਤਿਕ ਪਤੀ ਦੀ ਇੱਛਾ ਰੱਖਦੀਆਂ ਸਨ? ਨਹੀਂ, ਉਹ ਆਪਣੇ ਘਰਾਂ ਵਿੱਚ ਆਪਣੇ ਮਰਦਾਂ ਦੇ ਨਾਲ ਵਸਦੀਆਂ ਸਨ। ਕ੍ਰਿਸ਼ਨ ਨੂੰ ਹਰੀ ਰੂਪ ਜਾਣ ਕੇ ਉਸ ਨੂੰ ਪਤੀ ਪਤਨੀ ਰੂਹ ਤੇ ਆਤਮਾ ਦਾ ਮੇਲ ਕਰਨ ਦੀ ਇੱਛਾ ਰੱਖਦੀਆਂ ਸਨ। ਇਹ ਅਸੀਂ ਅੰਤਰੀਵ ਭਾਵ ਲੈਣਾ ਹੈ। ਜਿਵੇਂ ਮੀਰਾਬਾਈ
ਭਗਤਣੀ ਮੀਰਾਬਾਈ ਇੱਕ ਰਾਜੇ ਦੀ ਰਾਣੀ ਸੀ, ਪਰ ਪਰਮੇਸ਼ਰ ਦੀ ਭਗਤੀ ਦੇ ਪ੍ਰੇਮ ਵਿੱਚ ਰੰਗੀ ਗਈ ਸੀ। ਉਹਦੇ ਵਿਆਹ ਤੋਂ ਥੋੜਾ ਚਿਰ ਬਾਅਦ ਹੀ ਉਹਦਾ ਪਤੀ ਚੜ੍ਹਾਈ ਕਰ ਗਿਆ, ਵਿਧਵਾ ਹੋ ਗਈ। ਪਰ ਉਹਨੂੰ ਲਗਨ ਅਨੂਠੀ ਲੱਗੀ ਹੋਈ ਸੀ ਜੋ ਮਿਟਦੀ ਨਹੀਂ ਸੀ। ਤੂੰਬੀ ਲੈ ਕੇ ਭਜਨ ਗਾਉਂਦੀ ਗਲੀਆਂ ਵਿੱਚ ਫਿਰਿਆ ਕਰੇ। ਤਾਂ ਪਤੀ ਦੀ ਮੌਤ ਤੋਂ ਪਿੱਛੋਂ ਗੱਦੀ ਤੇ ਉਹਦਾ ਦਿਓਰ ਰਾਜ ਗੱਦੀ ਤੇ ਬਹਿ ਗਿਆ। ਉਹਦਾ ਦਿਓਰ ਜਿਹੜਾ ਇਸ ਗੱਲ ਨੂੰ ਆਪਣੀ ਨਮੂਸੀ ਸਮਝਦਾ ਸੀ ਕਿ ਇੱਕ ਰਾਜੇ ਦੀ ਰਾਣੀ ਗਲੀਆਂ ਵਿੱਚ ਗਾਉਂਦੀ ਫਿਰੇ। ਉਸ ਰਾਜੇ ਨੇ ਮੀਰਾਬਾਈ ਨੂੰ ਰੋਕਣ ਦਾ ਯਤਨ ਕੀਤਾ, ਪਰ ਮੀਰਾਬਾਈ ਕਿੱਥੇ ਰੁਕਦੀ ਸੀ। ਤੁਸੀਂ ਦਿਓਰ ਰਾਣੇ ਨੇ ਸੋਚਿਆ ਕਿ ਇਸ ਬੇਇੱਜ਼ਤੀ ਨਾਲੋਂ ਤੈਨੂੰ ਮਾਰ ਦੇਣਾ ਹੀ ਚੰਗਾ ਹੈ। ਉਹਨੇ ਕਿਸੇ ਢੰਗ ਵੰਗ ਨਾਲ ਕਹਿ ਕੇ ਨੌਕਰਾਂ ਨੂੰ ਮੀਰਾਬਾਈ ਦੇ ਸਾਹਮਣੇ ਪਾਣੀ ਦੇ ਕਟੋਰੇ ਵਿੱਚ ਜ਼ਹਿਰ ਮਿਲਾ ਕੇ ਭੇਜ ਦਿੱਤੀ। ਤੇ ਮੀਰਾਬਾਈ ਜਾਣਦੀ ਵੀ ਸੀ ਇਸ ਗੱਲ ਨੂੰ ਕਿ ਇਹਦੇ ਵਿੱਚ ਜ਼ਹਿਰ ਹੈ, ਪਰ ਉਹ ਭਗਤੀ ਦੇ ਰੰਗਣ ਵਿੱਚ ਰੰਗੀ। ਮੀਰਾਬਾਈ ਨੇ ਛੰਨਾ ਫੜ ਕੇ ਗੱਟ ਛਕ ਲਿਆ। ਉਹਦੇ ਮਨ ਵਿੱਚ ਪਰਮੇਸ਼ਰ ਦੀ ਭਗਤੀ ਦਾ ਐਸਾ ਅਸਰ ਹੋ ਚੁੱਕਾ ਸੀ ਕਿ ਜ਼ਹਿਰ ਦਾ ਉਸ ਨੂੰ ਕੋਈ ਅਸਰ ਨਾ ਹੋਇਆ। ਤੇ ਮੀਰਾਬਾਈ ਆਮ ਇਹ ਗਾਇਆ ਕਰਦੀ ਸੀ, ਉਹ ਆਮ ਭਜਨ ਗਾਉਂਦੀ ਹੁੰਦੀ ਸੀ ਗਲੀਆਂ ਵਿੱਚ, ਪ੍ਰਭੂ ਭਗਤੀ ਵਿੱਚ ਮਸਤ ਸੀ। ਉਹਦਾ ਇਹ ਆਮ ਭਜਨ ਸੀ, ਜਿਸਨੇ ਬੰਸਰੀ ਵਜਾਈ, ਜਿਸਨੇ ਗੋਪੀਆਂ ਖਿਡਾਈਆਂ, ਮੇਰਾ ਪਤੀ ਸੋਈ, ਮੇਰਾ ਪਤੀ ਸੋਈ। ਇਸ ਪ੍ਰਕਾਰ ਉਹ ਭਜਨ ਗਾਉਂਦੀ ਹੁੰਦੀ ਸੀ। ਲਿਖਣ ਦਾ ਭਾਵ, ਦੱਸਣ ਦਾ ਭਾਵ ਇਹ ਆ ਵੀ ਗੋਪੀਆਂ ਕ੍ਰਿਸ਼ਨ ਨੂੰ ਪਤੀ ਬਣਾਉਣ ਵਿੱਚ ਆਪਣਾ ਸਾਰਾ ਜੀਵਨ ਪੰਧ ਸੁਖਾਲਾ ਬਣਾਉਣਾ ਸਮਝਦੀਆਂ ਸਨ। ਉਹਨਾਂ ਦੀ ਇਹ ਪ੍ਰੇਮਾ ਭਗਤੀ ਨੂੰ ਅਸੀਂ ਲੈਣਾ ਵਿੱਚੋਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ, ਆਦ ਬਾਣੀ ਦਾ ਜੋ ਫਰਮਾਨ ਆ, ਉਹਨੂੰ ਅਸੀਂ ਨਾਲ ਨਾਲ ਵਾਚਣਾ ਹੈ। ਫਿਰ ਸਾਡੇ ਭਰਮ ਭੁਲੇਖੇ ਦੂਰ ਹੋ ਜਾਣਗੇ। ਪਰਮੇਸ਼ਰ ਜੀ ਦਾ, ਆਦ ਮਹਾਰਾਜ ਦਾ ਇਹ ਫਰਮਾਨ ਹੈ, ਸਾਹਾ ਟਲ ਗਣਿਆ ਪੂਰਨ ਸੰਜੋਗੋ ਰਾਮ, ਸੁਖੈ ਸਮੂਹ ਭਇਆ ਗਿਆ ਵਿਜੋਗੋ ਰਾਮ। ਇਸ ਪ੍ਰਕਾਰ ਇਹ ਸਾਰਾ ਸ਼ਬਦ ਆਪਾਂ ਪੜ੍ਹ ਸਕਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਦੀ ਆਦ ਬਾਣੀ ਦੇ ਨਾਲ ਨਾਲ ਅਸੀਂ ਬਣਾ ਕੇ ਪੜ੍ਹਦੇ ਰਹੀਏ। ਫਿਰ ਸਾਡੀਆਂ ਜਿਹੜੀਆਂ ਕਈ ਮਨ 'ਚ ਹੁੰਦੀਆਂ ਨਾ ਹੋਰ ਖੁੰਦਰਬਾਜ਼ੀਆਂ ਦੂਰ ਹੋ ਜਾਂਦੀਆਂ ਨੇ। ਕਈ ਸਾਡੇ ਵੀਰ ਐਸੇ ਨਾ, ਉਹ ਤਰਕਾਂ ਬਤਰਕਾਂ ਕਰਦੇ ਨੇ, ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ। ਸੋ ਵੇਖੋ, ਜਿਹੜਾ ਕੱਲ ਗੋਪੀਆਂ ਨੇ ਆਦਿ ਸ਼ਕਤੀ, ਆਪਾਂ ਪਿੱਛੇ ਪੜ੍ਹ ਚੁੱਕੇ ਹਾਂ, ਆਦਿ ਸ਼ਕਤੀ ਦੇਵੀ ਪਾਸੋਂ ਵਰ ਲਿਆ ਸੀ, ਉਹ ਟਲ ਸੰਜੋਗ ਬਣ ਗਿਆ। ਸਾਹਾ ਟਲ ਗਣਿਆ ਪੂਰਨ ਸੰਜੋਗੋ ਰਾਮ। ਪਹਿਲਾਂ ਵਾਲੇ ਪਿਛਲੇ ਪ੍ਰਕਰਮ ਚ ਪੜ੍ਹਿਆ ਨਾ, ਆਦਿ ਸ਼ਕਤੀ ਕੋਲੋਂ ਇਹ ਵਰ ਮੰਗ ਲਿਆ ਸੀ। ਵਿਛੋੜੇ ਦੇ ਵਿਜੋਗ ਦਾ ਟਿਕਾਣਾ ਨਹੀਂ, ਅਚਰਜ ਖੇਡ ਬਣ ਗਈ। ਸਹਿਜੇ ਢੋ ਢੁੱਕ ਗਿਆ, ਦੋਨੋਂ ਪਾਸਿਓਂ ਪ੍ਰੀਤ ਬਣ ਗਈ। ਜੋੜਾਂ ਨਾਲ ਜੋੜ ਮਿਲ ਕੇ ਓਤ ਪੋਤ ਹੋ ਗਏ। ਜਿਵੇਂ ਭੌਤਿਕ ਤਨ ਲਈ ਸਾਰੇ ਰਸ ਭੋਗ ਹਨ, ਇਹ ਤਰ੍ਹਾਂ ਹੀ ਸਾਰੇ ਸੰਤ ਜਨਾਂ ਦੇ ਲਈ ਹਰੀ ਦੇ ਨਾਮ ਦਾ ਰਸ ਭੋਗ ਹਨ। ਸੋ ਇਹ ਅੰਤਰੀਵ ਇਹਦਾ ਸ਼ਬਦ ਦਾ ਅਸੀਂ ਅਭਾਵ ਲੈਣਾ ਹੈ। ਇਸੇ ਪ੍ਰਕਾਰ ਅੱਗੇ ਸਮਝੀ ਚੱਲਣਾ, ਨਾਲ ਨਾਲ ਬੇਨਤੀ ਕਰੀ ਜਾਵੇਗੀ। ਹਾਂਜੀ, ਅੱਗੇ ਪਾਠ ਸ਼ਰਵਣ ਕਰੀਏ। ਅੱਗੇ ਉਹ ਵੀ ਬੜਾ ਇੱਕ ਪੇਚੀਦਾ ਪ੍ਰਸੰਗ ਆ ਰਿਹਾ, ਜਿਹਨੂੰ ਬੜੀ ਸਮਝਣ ਦੀ ਲੋੜ ਹੈ। ਚੀਰ ਹਰਨ ਵਾਲਾ, ਆਓ ਦਰਸ਼ਨ ਦਿਦਾਰੇ ਕਰੀਏ ਤੇ ਨਾਲ ਨਾਲ ਬੇਨਤੀ ਕੀਤੀ ਜਾਵੇਗੀ। ਹਾਂਜੀ। ਅਥ ਚੀਰ ਹਰਨ ਕਥਨੰ ਸਵਈਆ, ਨਾਵਨ ਲਾਗ ਜਬੈ ਗੁਪੀਆਂ, ਤਬ ਲੈ ਪਟ ਕਾਨ ਚਰਿਓ ਤਰ ਉਪੈ, ਤਉ ਮੁਸਕਿਆਨ ਲਗੀ ਮਦ ਆਪਨ, ਕੋਏ ਪੁਕਾਰ ਕਰੇ ਹਰ ਜੂਪੈ। चीर हरे हमरे छल सो, तुम सो ठग नाहे, किदो को भूपै। हाथन साथ सो सारी हरी, दृग साथ हरो हमरो तुम रूपै। ਇਹ ਧਿਆਨ ਰੱਖੋ, ਹਾਥਨ ਸਾਥ ਸੋ ਸਾਰੀ ਹਰੀ। ਸਾੜੀ ਆ ਭਾਵ ਸਾਰੀ,
ਤੁਸੀਂ ਜਿਹੜਾ ਕੱਸ ਕੇ ਬੋਲਣਾ, ਹੱਥ ਨੂੰ ਸਾਥ ਸੋ ਸਾਰੀ ਹਰੀ, ਸਾਡੇ ਚੀਰ ਹਰਦੇ ਨਾ ਹੁਣ ਸਾਰੀਆਂ ਹਰਲੀਆਂ, ਇਹ ਸਾਰੀ ਪਾਠ ਕਰਨਾ। ਹਾਂਜੀ। ਹਾਥਨ ਸਾਥ ਸੋ ਸਾਰੀ ਹਰੀ, ਦ੍ਰਿਗ ਸਾਥ ਹਰੋ ਹਮਰੋ ਤੁਮ ਰੂਪੈ। ਗੋਪੀ ਬਾਚ ਕਾਨ ਸੋ ਸਵਈਆ। ਇਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੇ ਫਿਲਾਸਫੀ ਲਿਖੀ ਹੈ, ਇਹ ਆਦ ਬਾਣੀ ਦਾ ਅਰਥ ਭਾਵ ਹੀ ਸਮਝੋ। ਆਦ ਬਾਣੀ ਦਾ ਸਟੀਕ ਕਰਨਾ ਹੋਵੇ, ਸਟੀਕ ਪੜ੍ਹਨਾ ਹੋਵੇ, ਅਸਲੀ ਰੂਪ ਟੀਕਾ ਪੜ੍ਹਨਾ ਹੋਵੇ ਤੇ ਦਸਮ ਬਾਣੀ ਪੜ੍ਹ ਲਈਏ। ਆਪੇ ਗੋਪੀ ਆਪੇ ਕਾਨਾ, ਆਪੇ ਗਊ ਚਰਾਵੇ ਬਾਨਾ। ਉਹਦਾ ਕੀ ਅਰਥ ਕਰੋਗੇ? ਇਹ ਦਸਮ ਬਾਣੀ ਆ ਪੜ੍ਹ ਲਓ, ਚੀਰ ਹਰਨ। ਆਪੇ ਗੋਪੀ ਆਪੇ ਕਾਨ ਪਰਮੇਸ਼ਰ ਦੀ ਖੇਡ ਆ ਨਾ। ਜੇ ਅਸੀਂ ਉਹ ਆਦਬਾਣੀ ਨਾਲ ਨਾਲ ਵਿਚਰਾਂਗੇ ਤੇ ਮਨ ਦੇ ਭਰਮ ਭੁਲੇਖੇ ਸਾਰੇ ਦੂਰ ਹੁੰਦੇ ਜਾਣਗੇ। ਪਰਮੇਸ਼ਰ ਦੀ ਲੀਲਾ ਹੈ, ਆਓ ਦਰਸ਼ਨਦਾਰੇ ਕਰੀਏ। ਆਪੇ ਗੋਪੀ ਆਪੇ ਕਾਨਾ, ਆਪੇ ਗੋਪੀ ਰੂਪ ਹੈ, ਆਪ ਹੀ ਕਾਨ ਸਰੂਪ ਹੈ। ਆਓ ਜੀ ਦਰਸ਼ਨਦਾਰੇ ਕਰੀ ਚੱਲ ਗਏ। ਹਾਂਜੀ, ਫਿਰ ਪੜੋ ਜੀ। ਗੋਪੀ ਬਾਚ ਕਾਨ ਸੋ ਸਵਈਆ। ਸਿਆਮ ਕਹਿਓ ਮੁਖ ਤੇ ਗੋਪੀਆਂ, ਇਹ ਕਾਨ ਸਿਖੇ ਤੁਮ ਬਾਤ ਭਲੀ ਹੈ। ਨੰਦ ਕੀ ओर ਫਿਖੋ ਤੁਮ ਹੂੰ, ਦੇਖੋ ਭਰਾਤ ਕੀ ओर ਕੇ ਨਾਮ ਹਲੀ ਹੈ। ਚੀਰ ਹਰੇ ਹਮਰੇ ਛਲ ਸੋ, ਸੁਨ ਮਾਰ ਡਰਾਏ ਤੁਹੇ ਕੰਸ ਬਲੀ ਹੈ। ਕੋ ਮਰ ਹੈ ਹਮਕੋ ਤੁਮਰੋ ਨ੍ਰਿਪ, ਤੋਰ ਡਰਾਏ ਜਿਮ ਕੌਲ ਕਲੀ ਹੈ। ਹਾਂ, ਉਹਨਾਂ ਨੇ ਡਰਾ ਦਿੱਤਾ ਵੀ ਸਾਡੇ ਤੋਂ ਚੀਰ ਹਰ ਲਿਆ ਤੇ ਤੈਨੂੰ ਤੇਰੇ ਪਿਤਾ ਜੀ ਜਿਹੜੇ ਨੇ ਨੰਦ ਜੀ, ਉਹਨਾਂ ਵੱਲ ਦੇਖੋ ਤੇ ਆਪਣਾ ਭਰਾ ਜਿਹੜਾ ਹਲੀ ਬਲਦੇਵ, ਉਹਦੇ ਵੱਲ ਦੇਖ। ਤੇ ਫਿਰ ਅਖੀਰ ਤੇ ਇਹਨੂੰ ਡਰਾਵਾ ਵੀ ਦਿੱਤਾ। ਪਹਿਲਾਂ ਤਾਂ ਸ਼ਰਮਿੰਦੇ ਕਰਨ ਵਾਲੀ ਗੱਲ ਕਹੀ ਹੈ, ਫਿਰ ਕਿਹਾ ਵੀ ਮਾਰ ਡਰਾਇਆ ਤੁਸੀਂ ਕੰਸ ਬਲੀ ਹੈ, ਜਿਹੜਾ ਕੰਸ ਆ ਰਾਜਾ ਤੈਨੂੰ ਮਾਰ ਦੇਊਗਾ। ਜੋ ਡਰਾਵਾ ਦਿੱਤਾ ਨਾ ਕ੍ਰਿਸ਼ਨ ਜੀ ਨੂੰ, ਤੇ ਫਿਰ ਕ੍ਰਿਸ਼ਨ ਜੀ ਆ ਪੰਕਤੀ ਚ ਕਹੇ ਕੋ ਮਰ ਹੈ ਹਮਕੋ ਤੁਮਰੋ ਨਿਰਪ। ਕਿਹੜਾ ਤੁਹਾਡਾ ਬਾਦਸ਼ਾਹ, ਕਿਹੜਾ ਨਿਰਪ ਤੁਹਾਡਾ ਮੈਨੂੰ ਮਾਰ ਦੇਵੇਗਾ। ਤੋਰ ਡਰੈ ਜਿਮ ਕੌਲ ਕਲੀ ਹੈ। ਤੂੰ ਐ ਤੋੜ ਕੇ ਸੁੱਟ ਦਿੰਦਾ, ਕਮਲ ਫੁੱਲ ਦੀ ਕਲੀ ਡੋਡੀ ਤੋਂ ਤੋੜ ਕੇ ਸੁੱਟ ਦਿੱਤੀ, ਐ ਸੁੱਟ ਦੇਣਾ ਕੰਸ ਨੂੰ ਦਮ ਕਿਸੇ ਦਿਨ। ਇਸ ਪ੍ਰਕਾਰ ਐ ਸਮਝੀ ਚੱਲ ਕੇ ਨਾਲ। ਕਾਨ ਬਾਚ ਗੋਪੀ ਸੋ ਸਵਈਆ। ਕਾਨ ਕਹੀ ਤਿਨ ਕੋ ਇਹ ਬਾਤ, ਨਾ ਦਿਓ ਪਟ ਹਉ ਨਿਕਰਿਓ ਬਿਨ ਤੋ ਕੋ। ਹਾਂਜੀ। ਕਿਉ ਜਲ ਬੀਜ ਰਹੀ ਛਪ ਕੈ, ਤਨ ਕਾ ਕਾਹੇ ਕਟਾਵਤ ਹੋ ਪਹਿ ਜੋ ਕੋ। ਨਾਮ ਬਤਾਵਤ ਹੋ ਨ੍ਰਿਪ ਕੋ, ਤਿਹ ਕੋ ਫੁਨ ਨਾਹੇ ਕਛੂ ਡਰ ਮੋਹ ਕੋ। ਕੇਸਨ ਤੇ ਗਹਿ ਕੈ ਤਪ ਕੀ ਅਗਨੀ ਮਦ, ਈਂਦਨ ਜਿਉ ਉਹ ਝੋਕੋ। ਸਵਈਆ। ਉਸ ਨੂੰ ਕਹਿੰਦਾ ਕੰਸ ਨੂੰ ਤਾਂ ਮੈਂ ਕੇਸਾਂ ਤੋਂ ਫੜ ਕੇ ਇਉਂ ਨਰਕ ਵਿੱਚ ਝੋਕ ਦਿਆਂਗਾ ਜਿਵੇਂ ਤਪਦੀ ਭੱਠੀ ਵਿੱਚ ਬਾਲਣ ਪਾਇਆ ਜਾਂਦਾ, ਝੋਕ ਦੇਈਦਾ। ਚਲੋ। ਸਵਈਆ। ਰੂਖ ਚਰੇ ਹਰ ਜੀ ਰਿਜ ਕੈ, ਮੁਖ ਤੇ ਜਪ ਬਾਤ ਕਹੀ ਇਹ ਦਾਸੋ। ਤਉ ਰਿਸ ਬਾਤ ਕਹੀ ਉਨਹੂ, ਇਹ ਜਾਏ ਕਹੈ ਤੁਹੇ ਮਾਤ ਪਿਤਾ ਸੋ। ਜਾਏ ਕਹੋ ਇਹ ਕਾਨ ਕਹੀ, ਮਨ ਹੈ ਤੁਮਰੋ ਕਹਿਬੇ ਕਹੋ ਜਾਸੋ। ਜੋ ਸੁਨ ਕੋਉ ਕਹੈ ਹਮਕੋ ਇਹ, ਤੋ ਹਮ ਹੂੰ ਸਮਝੈ ਫੁਨ ਵਾਸੋ। ਸਵਈਆ। ਥੋੜਾ ਜਿਹਾ ਕਰਦਾ ਹੈ ਨਾ, ਜੋ ਸੁਨ ਕੋ ਕਹੈ ਹਮਕੋ ਇਹ ਤੋ ਹਮ ਹੂੰ ਸਮਝੈ ਫੁਨ ਵਾਸੋ। ਸਮਝ ਮੈਂ ਆਪ ਹੀ ਸਮਝ ਲਵਾਂਗਾ। ਇਹ ਸਮਝ ਆਇਆ ਤਾਂ ਥੋੜਾ ਜਿਹਾ ਇਹਨੂੰ ਨਾਸਕੀ ਪਾਠ ਕਰ ਦਈਏ ਨਾ, ਫਿਰ ਸੋਹਣਾ ਬਣ ਜਾਏਗਾ। ਹਮ ਹੂੰ ਸਮਝ ਆਏ ਫੁਨ ਵਾਸ, ਨਾਸਕੀ ਪਾਠ ਕਰ ਦਈਏ। ਜੋ ਸੁਨ ਕੋਉ ਕਹੈ ਹਮਕੋ ਇਹ, ਤੋ ਹਮ ਹੂੰ ਸਮਝੈ ਫੁਨ ਵਾਸੋ। ਹਾਂਜੀ। ਸਵਈਆ। ਕਾਨ ਬਾਚ ਦਿਓ ਬਿਨਾ ਨਿਕਰੈ ਨਹਿ ਚੀਰ, ਕਹਿਓ ਹਸ ਕਾਨ ਸੁਨੋ ਤੁਮ ਪਿਆਰੀ। ਸੀਤ ਸਹੋ ਜਲ ਮੈਂ ਤੁਮ ਨਾਹਿਕ, ਬਾਹਰ ਆਵਹੁ ਗੋਰੀ ਔਕਾਰੀ।
ਦੈ ਆਪਣੇ ਅਗੁਆ ਪਿਛੁਆ ਕਰ, ਬਾਰਤ ਜੋ ਪਤਲੀ ਅਰ ਭਾਰੀ। ਯੋ ਨਹਿ ਦਿਓ ਕਹਿਓ ਹਰ ਜੀ, ਤਸਲੀਮ ਕਰੋ ਕਰ ਜੋਰ ਹਮਾਰੀ। ਹਾਂ, ਦੈ ਆਪਣੇ ਅਗੂਆ ਪਿਛੂਆ ਕਰ, ਬਾਰ ਤਜੋ ਪਤਲੀ ਅਰ ਭਾਰੀ। ਇਸ ਬਾਰੇ ਬੇਨਤੀ ਕਰ ਦਈਏ, ਜਿਸ ਦਾ ਇਹ ਭਾਵ ਆ ਕਿ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਮੇਰਾ ਕਿਸੇ ਦੇ ਰੂਪ ਰੰਗ ਜਾਂ ਮੋਟੇ ਪਤਲੇ ਸੋਹਣੇ ਰੰਗ ਅੰਗ ਜਾਂ ਤਨ ਨਾਲ ਕੋਈ ਪਿਆਰ ਨਹੀਂ ਹੈ। ਮੇਰਾ ਸਿਰਫ ਆਪਾ ਤਿਆਗ ਕੇ ਭਾਵਨਾ ਦੀ ਪਰਖ ਦਾ ਸਵਾਲ ਹੈ। ਆਪਾ ਤਿਆਗ ਦੇਣਾ, ਇਹਦੀ ਅੰਤਰੀਵ ਭਾਵਨਾ ਨੂੰ ਦੇਖਿਆ ਜਾਵੇ, ਆਪਾ ਹੀ ਅਰਪਣ ਕਰ ਦੇਣਾ। ਇਹ ਸਰੀਰ ਦੀ ਗੱਲ ਨਹੀਂ ਹੈ, ਕੋਈ ਆਪਾ ਅਰਪਣ ਕਰਨ ਦੀ ਹੈ। ਸੋ ਐਸਾ ਧਿਆਨ ਦੇਣਾ ਹੈ। ਕ੍ਰਿਸ਼ਨ ਜੀ ਦਾ ਸ਼ੁਗਲ ਨਹੀਂ ਸੀ ਕਿ ਗੋਪੀਆਂ ਦਾ ਕੋਈ ਨਗਨ ਵੇਖਣਾ ਹੈ। ਜਿਸ ਨੂੰ ਇਹ ਸ਼ੌਕ ਹੁੰਦਾ ਤਾਂ ਦ੍ਰੋਪਦੀ ਦਾ ਨਗਨ ਕਿਉਂ ਟਿਕਾਉਂਦਾ? ਜੇ ਉਹ ਨਗਨ ਦੇਖਣ ਦਾ ਹੀ ਹੁੰਦਾ ਤੇ ਫਿਰ ਦ੍ਰੋਪਦੀ ਦਾ ਜੋ ਨਗਨ ਉਹ ਕੀਤੀ ਜਾ ਰਹੀ ਸੀ, ਉਹਦੇ ਨਾਲ ਢੇਰਾਂ ਦੇ ਢੇਰ ਲਾਤੇ ਨੇ। ਇਹ ਅਸੀਂ ਅੰਦਰੀ ਦਿਮਾਗ ਨਾਲ ਉੱਚੇ ਨਾਲ ਦੇਖਣਾ ਸੋਚਣਾ ਹੈ। ਸੋ ਪਾਵਨ ਪਵਿੱਤਰ ਬਾਣੀ ਦਾ ਹੁਕਮ ਕੈਸਾ ਹੈ, ਗੁਣ ਅਵਗੁਣ ਮੇਰੋ ਕਛੁ ਨਾ ਵਿਚਾਰੋ, ਨ ਦੇਖੋ ਰੂਪ ਰੰਗ ਸਿੰਗਾਰੋ, ਚੱਜ ਅਚਾਰ ਕਿਛ ਬਿਦ ਨਹੀਂ ਜਾਣੀ, ਬਾਹਾਂ ਪਕੜ ਪ੍ਰੇ ਸੇਜੈ ਆਨੀ। ਸੁਣਬੋ ਸਖੀ ਕੰਥ ਮਾਰੋ ਕੀ ਅਲੋਖ ਸਮਾਨਾ, ਕਰ ਮਸਤਕ ਧਾਰ ਰੱਖਿਓ ਕਰ ਆਪਣਾ, ਕਿਆ ਜਾਣਾ ਇਹ ਲੋਗ ਅਜਾਨਾ। ਅਜਾਨਾ ਦਾ ਕੰਮ ਨਹੀਂ ਇੱਥੇ, ਇਆਣਾ ਦਾ ਕੰਮ ਨਹੀਂ ਹੈ। ਹਾਈ ਦਿਮਾਗ ਵਾਲਿਆਂ ਦਾ ਇਹ ਬ੍ਰਹਮ ਗਿਆਨਾਂ ਦੀ ਗੱਲ ਹੈ, ਇਹ ਬ੍ਰਹਮ ਅਵਸਥਾ ਵਾਲਿਆਂ ਦੀ ਗੱਲ ਹੈ। ਆਓ ਉਸ ਅਵਸਥਾ ਨੂੰ ਲੱਭੀਏ, ਅਰਦਾਸ ਕਰੀਏ ਪਾਤਸ਼ਾਹ ਪਰਮੇਸ਼ਰ ਜੀ ਸਾਨੂੰ ਅਵਸਥਾ ਬਖਸ਼ੋ, ਤਾਂ ਇਹ ਤੇਰੀ ਐਸੀ ਕਰਮ ਦੀ ਕਮਾਲ ਦੇ ਅਸੀਂ ਆਨੰਦ ਲੈ ਸਕੀਏ। ਹਾਂਜੀ। ਸਵਈਆ ਫੇਰ ਕਹੀ ਹਰ ਜੀ ਤਿਨ ਸੋ ਰਿਜ ਕੈ, ਇਹ ਬਾਤ ਸੁਨੋ ਤੁਮ ਮੇਰੀ। ਜੋਰ ਪ੍ਰਣਾਮ ਕਰੋ ਹਮਰੋ ਕਰ, ਲਾਜ ਕੀ ਕਾਟ ਸਭੈ ਤੁਮ ਬੇਰੀ। ਬਾਰ ਹੀ ਬਾਰ ਕਹਿਓ ਤੁਮ ਸੋ ਮੋਹੇ, ਮਾਨੋ ਸੀਗਰ ਕਿਦੋ ਇਹ ਹੇਰੀ। ਨਾਤਰ ਜਾਏ ਕਹੋ ਸਭ ਹੀ ਪਹਿ, ਸੌਹ ਲਗਾਏ ਫੁਨ ਠਾਕੁਰ ਕੇਰੀ। ਗੋਪੀ ਬਾਚ ਕਾਨ ਸੋ ਸਵਈਆ, ਜੋ तुम जाए कहो तिन ही पहै, तो हम बात बनावह ऐसे। चीर हरे हमरे हर जी, दई बार ते न्यारी कड्डै हम कैसे। भेद कहै सब ही जसोदा पहै, तोहे करै शर्मिंदत वैसे। ज्यों नर को गह कै त्रिया हूँ, सो मारत लातन मूकन जैसे। ਇਹਦਾ ਜਸਦਾ ਸਪਸ਼ਟ ਦਾ ਭਾਵ ਆ, ਨਾਲ ਨਾਲ ਦੇਖੀ ਚੱਲੀਏ। ਜਦੋਂ ਤੱਕ ਅਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਢਹਿ ਢੇਰੀ ਨਹੀਂ ਹੁੰਦੇ, ਉਦੋਂ ਤੱਕ ਪੁੰਨ ਕਰਕੇ ਜਾਂ ਦਾਨ ਕਰਕੇ ਅਥਵਾ ਹੋਰ ਕਰਮ ਕਾਂਡ ਕਰਨ ਨਾਲ ਅਸੀਂ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦੇ। ਕੱਲ ਕਿੰਨੇ ਤਰਲੇ ਕਰੇ ਮਹਾਸ਼ਕਤੀ ਦੇਵੀ ਕੋਲੋਂ ਵਰ ਲਿਆ ਸੀ ਕਿ ਸਾਨੂੰ ਕ੍ਰਿਸ਼ਨ ਕਬੂਲ ਕਰਕੇ ਸਾਡਾ ਪਤੀ ਬਣ ਜਾਵੇ। ਸਾਨੂੰ ਕਬੂਲ ਕਰ ਦਿਓ ਕ੍ਰਿਸ਼ਨ, ਸਾਡਾ ਕ੍ਰਿਸ਼ਨ ਦੇ ਨਾਲ ਮੇਲ ਹੋ ਜਾਵੇ। ਜਦੋਂ ਵਰ ਪੂਰਾ ਹੋਣ ਦਾ ਸਮਾਂ ਆਇਆ ਤਾਂ ਭੇਦ ਭਾਵਨਾ ਉਤਪੰਨ ਹੋ ਗਈ ਤੇ ਹਉਮੈ ਕਾਰਨ ਨਿਮਣ ਤੋਂ ਆਕੀ ਹੋ ਗਈਆਂ ਸਨ। ਮੇਲ ਹੋ ਗਿਆ। ਪਹਿਲਾਂ ਤਾਂ ਅਰਦਾਸਾਂ ਬੇਨਤੀਆਂ ਕੀਤੀਆਂ, ਪਿਛਲੇ ਪ੍ਰਕਰਨ ਆਪਾਂ ਪੜ੍ਹ ਚੁੱਕੇ ਹਾਂ, ਤੇ ਫੇਰ ਮੇਲ ਤੋਂ ਫਿਰ ਜਦੋਂ ਭੇਦ ਭਾਵਨਾ ਵੀ ਆ ਗਿਆ, ਹਉਮੈ ਹੰਕਾਰ ਜਰਾਗ ਆ ਗਿਆ। ਪਰ ਜਿਹੜਾ ਟਲ ਸਾਹਾ ਜੋੜ ਕੇ ਸੰਜੋਗ ਲਿਖੇ ਸਨ, ਉਹਨਾਂ ਅੱਗੇ ਅੜਿਆ ਨਹੀਂ ਜਾ ਸਕਦਾ। ਪਹਿਲਾਂ ਵਰਜੋ ਦਿੱਤੇ ਆ ਪਰਮੇਸ਼ਰ ਜੀ ਨੇ, ਜੋਤ ਨੇ, ਹੁਣ ਨਿਮਣਾ ਵੀ ਪਵੇਗਾ ਤੇ ਭੇਦ ਨੂੰ ਚੀਰ ਕੇ ਭੇਦ ਹੋਣਾ ਹੀ ਪਵੇਗਾ। ਹੁਣ ਸ਼ਿਆਮ ਸੁੰਦਰ ਤੋਂ ਦੂਰ ਹੋ ਗਈਆਂ ਹਨ। ਕਿਉਂ? ਮਹਾਮੋਹਣੀ ਮਾਇਆ ਵਿੱਚ ਆਪ ਹੀ ਹੈ ਜੋ ਪਤੀ ਤੋਂ ਵਿਛੋੜਾ ਕਰਾ ਦਿੰਦੀ ਹੈ। ਇਹ ਮਾਇਆ ਦਾ ਬੜਾ ਕਮਾਲ ਹੈ, ਇਹ ਬੜੀ ਜ਼ਾਲਮ ਵੀ ਹੈ। ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਇਹ ਹੋ ਕੇ ਹੋਰ ਬਚਨਾ ਸ਼ਿਆਮ ਸੁੰਦਰਤਾ ਜ ਨੀਂਦ ਕਿਉਂ ਆਈ, ਮਹਾਮੋਹਣੀ ਦੂਤਾ ਲਾਈ। ਮਹਾਮੋਹਣੀ ਨੇ ਜਰਾ ਫਿਰ ਕਰ ਦਿੱਤਾ, ਪਹਿਲਾਂ ਤਾਂ ਬੇਨਤੀਆਂ ਕਰ ਲਿਆ ਤੇ ਫਿਰ ਅੰਗ ਭਾਵ ਦੀ ਕਣੀ ਆ ਗਈ, ਦੂਰ ਹੋ ਗਈਆਂ ਤੇ ਪਰ ਪਰਮੇਸ਼ਰ ਦਾ ਜਾਣੀ ਜਾਣਾ ਨਾ। ਆਓ ਦਰਸ਼ਨਦਾਰੇ ਕਰੀਏ। ਹਾਂਜੀ। ਕਾਨ ਬਾਚ ਦੋਹਰਾ
ਬਾਤ ਕਹੀ ਤਬ ਇਹ ਹਰੀ ਕਾਹੇ ਬੰਧਾਵਤ ਮੋਹੇ ਨਮਸਕਾਰ ਜੋ ਨਾ ਕਰੋ ਮੋਹੇ ਦੁਹਾਈ ਤੋਹੇ। ਗੋਪੀ ਬਾਚ ਸਵਈਆ ਕਾਹੇ ਖਿਜਾਵਤ ਹੋ ਹਮਕੋ ਅਰ ਦੇਤ ਕਹਾ ਜਦ ਰਾਏ ਦੁਹਾਈ ਜਾ ਵਿਦ ਕਾਰਨ ਬਾਤ ਬਨਾਵਤ ਸੋ ਵਿਦ ਹੈ ਹਮ ਹੂੰ ਲਖ ਪਾਈ। ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਇਹ ਮਨ ਮੈਂ ਤੁਹੇ ਆਈ ਸੌਹ ਲਗੈ ਹਮ ਠਾकुर ਕੀ ਜੋ ਰਹੈ ਤੁਮਰੀ ਬਿਨ ਬਾਤ ਸੁਨਾਈ। ਤੁਮਰੀ ਬਿਨ ਮਾਤ ਸੁਨਾਈ, ਤੇਰੀ ਮਾਤਾ ਜਸੋਦਾ ਨੂੰ ਜ਼ਰੂਰ ਦੱਸਾਂਗੀਆਂ ਸੀ। ਸੌਹ ਲਗੈ ਹਮ ਠਾकुर ਕੀ ਜੋ ਰਹੈ ਤੁਮਰੀ ਬਿਨ ਮਾਤ ਸੁਨਾਈ। ਕਾਨ ਬਾਚ ਗੁਪੀਆ ਸੋ ਸਵਈਆ ਮਾਂ ਸੁਨ ਹੈ ਤਬ ਕਾ ਕਰ ਹੈ ਹਮਰੋ ਸੁਨ ਲੇਹੋ ਸਬੈ ਬ੍ਰਿਜ ਨਾਰੀ। ਇਸ ਦਾ ਭਾਵ ਦੇਖੋ, ਉਹਨਾਂ ਨੇ ਕਿਹਾ ਤੇਰੀ ਮਾਂ ਨੂੰ ਸ਼ਿਕਾਇਤਾਂ ਲਾਵਾਂਗੇ ਜਸੋਦਾ ਕੋਲੇ, ਤਾਂ ਫਿਰ ਅਗਲੀ ਪੰਕਤੀ ਆਪਾਂ ਸਰਵਣ ਕੀਤੀ, ਮਾਂ ਸੁਨ ਹੈ ਤਬ ਕਾ ਕਰ ਹੈ ਹਮਰੋ ਸੁਨ ਲਿਓ ਸਭੈ ਬ੍ਰਿਜ ਨਾਰੀ। ਇਹਦਾ ਇਸਦਾ ਭਾਵ ਆ ਕਿ ਕ੍ਰਿਸ਼ਨ ਕਿਸੇ ਮਾਤਾ ਪਿਤਾ ਦੇ ਬੰਧਨ ਵਿੱਚ ਨਹੀਂ ਹੈ। ਇਹ ਲੀਲਾ ਕਰਨ ਲਈ ਇੱਕ ਕਾਰਨ ਹੀ ਸੀ, ਜਦ ਕਿ ਸੇਵਕਾਂ ਦੀ ਭਾਵਨਾ ਪੂਰੀ ਕਰਨਾ ਹਰੀ ਦਾ ਸਭ ਤੋਂ ਵੱਡਾ ਗੁਣ ਹੈ। ਅਤਕੋ ਗੋਪੀਆਂ ਦੀ ਅੰਦਰੂਨੀ ਭਾਵਨਾ ਨੂੰ ਕਿਵੇਂ ਆਪ ਦਰਸ਼ਨ ਕਰੀ ਚਲ ਕੇ ਨਾਲ ਨਾਲ ਫਿਰ ਪੜ੍ਹ ਲਓ ਜੀ। ਮਾਂ ਸੁਨ ਹੈ ਮਾਂ ਸੁਨ ਹੈ ਤਬ ਕਾ ਕਰ ਹੈ ਹਮਰੋ ਸੁਨ ਲੇਹੋ ਸਬੈ ਬ੍ਰਿਜ ਨਾਰੀ। ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਭਾਰੀ। ਤੁਮ ਹੋ ਸਭ ਬਾਰੀ ਪਾਠ ਕਰੋ, ਤੁਸੀਂ ਬਾਲਕੀਆਂ ਹੋ। ਬਾਰੀ ਤੋਂ ਭਾਵ ਤੁਸੀਂ ਬਾਲਕੀਆਂ ਹੈ, ਭਾਵ ਤੁਸੀਂ ਅਣਜਾਣ ਹੋ। ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਬਾਰੀ। ਬਾਰੀ ਇਹ ਪਾਠ ਤੁਹਾਡੇ ਕੋਲ ਬਾਰੀ ਲੱਗਾ, ਇਹਨੂੰ ਨੋਟ ਕਰੋ ਪਾਠ ਨੂੰ। ਇੱਧਰ ਤੇ ਇੱਧਰ ਹਾਂ, ਚਲੋ ਠੀਕ ਆ। ਬਾਰੀ ਪਾਠ ਤੁਸੀਂ ਬਾਲਣੀਆਂ ਹੋ, ਬਾਲਕੀਆਂ ਹੋ। ਹਾਂ ਠੀਕ ਕਰ ਲਓ ਬਾਕੀ ਸਾਰੇ। ਚਲੋ ਬਾਤ ਕਹੀ ਤੁਮ ਮੂੜਨ ਕੀ ਹਮ ਜਾਨਤ ਹੈ ਤੁਮ ਹੋ ਸਭ ਬਾਰੀ। ਸੀਖਤ ਹੋ ਰਸ ਰੀਤ ਅਬੈ ਇਹ ਕਾਨ ਕਹੀ ਤੁਮ ਹੋ ਮੋਹਿ ਪਿਆਰੀ। ਖੇਲਨ ਕਾਰਨ ਕੋ ਹਮ ਹੂੰ ਜੋ ਹਰੀ ਛਲ ਕੈ ਤੁਮ ਸੁੰਦਰ ਸਾਰੀ। ਇਹ ਵੀ ਸਾਰੀ ਪਾਠ ਕਰੋ, ਤੁਹਾਡੀਆਂ ਸਾਰੀਆਂ ਜਿਹੜੀਆਂ ਸੁੰਦਰ ਹਰੀਆਂ ਨੇ। ਇਹ ਕਾਹਦੇ ਵਾਸਤੇ? ਖੇਲਨ ਕਾਰਨ ਕੋ ਹਮ ਹੂੰ ਜੋ ਹਰੀ ਛਲ ਕੈ ਤੁਮ ਸੁੰਦਰ ਸਾਰੀ। ਸਾਰੀ ਪਾਠ ਕਰਨਾ। खेलन कारण को हम हूँ जो हरि छल कै तुम सुंदर सारी। गोपी बाच सवैया फेर कही मुख ते इम गोपन बात इसी मान ए पट दै हो। सौह करो मुसली धर की जसदानंद की हम जो डह कै हो। कान विचार बिखो मन में इन बातन ते तुम ना किश पैहो। देहो कहो जल में हमको एह तेह असीस सबै तुह जय हो। ਇਹ ਤੋਹ ਪਾਠ ਵੀ ਹੈ ਤੇ ਕਿਤੇ ਕਿਤੇ ਲਿਖ ਚ ਤੁਮ ਪਾਠ ਵੀ ਹੁੰਦਾ, ਪਾਠਾਂਤਰ ਹੈ, ਯਾਦ ਰੱਖਿਓ। ਦੇਹੋ ਕਹੋ ਜਲ ਮੈਂ ਹਮ ਕੋ ਇਹ ਦੇ ਅਸੀਸ ਸਭੈ ਤੁਮ ਜੈ ਹੋ। ਤੈਨੂੰ ਅਸੀਸਾਂ ਦੇ ਕੇ ਚੱਲ ਜਾਵਾਂਗੇ। ਤੋਹ ਪਾਠ ਵੀ ਕਿਤੇ ਕਿਤੇ ਛਾਪਿਆ ਜਾਂਦਾ ਤੇ ਤੁਮ ਪਾਠ ਵੀ ਆਉਂਦਾ। ਤੋਹ ਪਾਠ ਮੁੱਖ ਹੈ ਵੈਸੇ। ਹਾਂਜੀ ਚਲੋ। ਗੋਪੀ ਬਾਚ ਸਵਈਆ ਫੇਰ ਕਹੀ ਮੁਖ ਤੇ ਮਿਲ ਗੋਪਨ ਨੇਹ ਲਗਾਏ ਹਰ ਜੀ ਨਹਿ ਜੋਰੀ। ਨੈਨਨ ਸਾਥ ਲਗਾਏ ਸੋ ਨੇਹੋ ਕਹੈ ਮੁਖ ਤੇ ਇਹ ਸਾਂਭ ਲਗੋਰੀ। कान कही हस कै एह बात सुनो रस रीत कहो मम होरी। आंखन साथ लगाए टकवा फुन हाथन साथ लगाए शुभ सोरी। फेर कही मुख ते गुपिया हमरे पट देहो कहो नंद लाला। फेर स्नान करें ना यहाँ कह है हम लोगन आछन बाला।
जोर प्रणाम करो हमको कर, बाहर हवै जल ते तत्काला। कान कही हस कै मुख ते, करहो नहीं ढील देऊ पटहाला। दोहराओ मंत्र सबन मिल एह करियो, जल को ताज सब नार। कानर की बिनती कहो कीनो यह विचार। सवैया दय अगुआ पिछुआ अपने कर, पै सब ही जल त्याग खरी है। कान के पाए परी बहु बारन, औ बिनती बहु भांत करी है। देहो कहो हमरी सरिया, तुम जो काल कै। देहो कहो हमरी सरिया, तुम जो कर कै शल साथ हरी है। ये तुम ते विश्राम ला दिए भी ठीक है। देह कहो हमरी सरिया तुम, जो कर कै शल साथ हरी है। देहो कहो हमरी सरिया तुम, जो कर कै शल साथ हरी है। जो कह हो मन में हम सो, अत ही सब सीत है साथ ठरी है। कान बाच सवैया, कान कही हस बात तिनय। कह है हम जो तुम सो मन हो। ये थोड़ा पाठ कस के पाठ करना। कान कही हस बात न, कह हम जो तुम सो मन हो। ये मन पोला नहीं, मन हो कस के पाठ करना। जो मैं कहा मन जाओ। हाँ जी। कान कही हस बात तिनय, कह है हम जो तुम सो मन हो। सब ही मुख चूमन देहो कहो, चुम है हम हूँ तुम हूँ गन हो। अर तोरन देहो कहो सब ही कुछ, नातर हो तुम कहो हन हो। तब ही पट देओ सबै तुमरे, यह झूठ नहीं सत कै जन हो। ये बाकी बोले आ पाठ उपर आया, तुम सो मन हो वो कस के करना। बाकी तुम हूँ गन हो, तुम कहो हन हो, सतका जन हो, ये बोले पाठ। हाँ जी चलो। सवैया फेर कही मुख ते हर जी, सोनरी एह फेर कही मुख ते हर जी सुनरी। एक बात कहो संग तेरे, जोर प्रणाम करो कर सो तुम। काम करा उपजी जी मेरे, तो हम बात कही तुम सो। जब घात बनी सुब ठौर अकेरे, दान लहै जी को हम हूँ। हस कान कही तुमरो तन हेरे। कबयो बाच दोहरा, कान जबै गोपी सबै। देखियो नैन नचात, हवै प्रसन्न कहने लगी। सबै सुदासी बात, कान जबै गोपी सबै। देखियो नैन नचात, हवै प्रसन्न कहने लगी। सबै सुदासी बात। वाहिगुरु जी का खालसा, वाहिगुरु जी की फतेह।